सत श्री अकाल, आदाब, प्रणाम, स्वागत। देश दे विच बैठे ते प्रदेश दे विच बैठे सारे विद्यार्थियों का स्वागत ते नाल ही सारिਆਂ ਦਾ ਧੰਨਵਾਦ। बहुत सारी फीडबैक, बहुत सारे वडमुल्ले सवाल साढ़े तक तुसीं भेजदे हो, जिन्हां दी बदौलत साडा प्रोग्राम रोज़ ऑर्गेनाइज हुंदा 8:30 तो 9 ते 9 तो 9:30 बजे तक। स्टडी वर्ल्ड तो अज बार एक बार फिर असीं सद्दा दिता है मनीष जी इन्होंने, जो कि चर्चा करनगे आस्ट्रेलिया के काफ़ी टैक्नीकल सवालों के उपर। बहुत सारे विवादों के घिरे हुए हैं विद्यार्थियों दी एप्लीकेशनस, कई कॉलेजेस, कई एजेंट्स भरा। सो विद्यार्थी चिंतित है कि एप्लीकेशन लाइए या ना लाइए, एजेंट्स चिंतित है कि COE रीइशू कराइए, की होना है की नहीं होना। बहुत सारिया संभावनावां, बहुत सारे डर पैदा कर दिते ने पिछले 1 महीने के माहौल के आस्ट्रेलिया ने। सो आओ चर्चा का विषय करते हैं 5, 7, 1, 2 और 3 ਨੂੰ ਲੈ ਕੇ। स्वागत है जी तुहाडा। थैंक यू मच। जिस तरह मैं नाम लिया कि 5, 7, 1 ਅਸੀਂ ਉਹਨਾਂ ਵਿਦਿਆਰਥੀਆਂ ਲਈ ਛੇੜ ਰਹੇ ਕਿ ਜਿਹੜੇ ਨੇ ਇਨਟੇਕਸ ਇਸ ਵਕਤ ਹੈਗਾ ਸਕੂਲਿੰਗ ਲਈ ਮੇਰੇ ਖਿਆਲ ਪੂਰੇ ਜ਼ੋਰਾਂ ਦੇ ਉੱਪਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਰੁਝਾਨ ਬਣਿਆ ਹੋਇਆ ਤੇ ਨਾਲੋਂ ਨਾਲ ਬਹੁਤ ਸਾਰੇ ਵਿਦਿਆਰਥੀ ਵਰਗ ਦਾ ਮਨ ਬਣਿਆ ਹੋਇਆ। ਮੈਂ ਰਿਸਰਚ ਕੀਤੀ ਸੀ 2-3 ਏਜੰਟਸ ਨਾਲ, ਮੇਰੀ ਆਫ ਦਾ ਰਿਕਾਰਡ ਗੱਲ ਹੋਈ ਹੈ ਕਿ ਜਿਹੜਾ ਸਕੂਲਿੰਗ ਦਾ ਸਿਸਟਮ ਹੈ, ਚਾਹੇ ਉਹ ਕੈਨੇਡਾ 'ਚ ਚਾਹੇ ਆਸਟ੍ਰੇਲੀਆ 'ਚ, ਉਹ ਫੋਕਸਡ ਨਹੀਂ ਹੈ ਸਟੂਡੈਂਟਸ ਦੇ ਉੱਪਰ। ਮਾਂ ਪਿਓ ਆਪਣੇ ਆਪ ਨੂੰ ਉਹਦੇ ਲਈ ਇੱਕ ਜ਼ਰੀਆ ਬਣਾ ਰਹੇ ਨੇ ਕਿ ਮੈਂ ਜਾਣਾ ਹੈ। ਕਿੰਨਾ ਕੁ ਸੱਚ ਹੈ? बिल्कुल 100% ਤੁਹਾਡੀ ਗੱਲ ਸਹੀ ਹੈ ਵੀ ਪੇਰੈਂਟਸ ਜਿਹੜੇ ਹੈਗੇ ਨੇ ਨਾਲ ਜਾਣ ਵਾਸਤੇ ਸਿਰਫ ਵੀ ਬੱਚੇ ਨੂੰ ਕੰਪਨੀ ਕਰਨ ਵਾਸਤੇ ਉਸ ਤਰੀਕੇ ਨਾਲ ਵੀ ਬੱਚੇ ਦਾ ਵੀਜ਼ਾ ਦਵਾ ਰਹੇ, ਨਾ ਕਿ ਐਕਚੁਅਲ 'ਚ ਵੀ ਬੱਚਾ ਉੱਥੇ 9ਵੀਂ 10ਵੀਂ 11ਵੀਂ 12ਵੀਂ ਜੋ ਵੀ ਪੜ੍ਹਾਈ ਯਾਨੀ ਕਿ ਕਰਨਾ ਚਾਹੁੰਦਾ ਹੈ ਉਹ ਕਰਨ ਵਾਸਤੇ ਵੀ। ਹੁਣ ਸਾਡਾ ਸਭ ਤੋਂ ਪਹਿਲਾ ਕੁਐਸਚਨ ਬੱਚੇ ਨੂੰ ਇਹੀ ਹੁੰਦਾ, ਉਹਨਾਂ ਦੇ ਪੇਰੈਂਟਸ ਨੂੰ ਇਹੀ ਹੁੰਦਾ ਵੀ ਪੇਰੈਂਟਸ ਨਾ ਜਾ ਰਹੇ ਨਹੀਂ ਜਾ ਰਹੇ, ਕਿਉਂਕਿ ਅਗਰ ਪੇਰੈਂਟਸ ਨਾ ਜਾ ਰਹੇ ਤਾਂ ਸਕਸੈਸ ਰੇਟ ਦਾ 20-25% ਤੋਂ ਉੱਪਰ ਨਹੀਂ ਟੱਪਦਾ ਹੈਗਾ। ਉਹ ਵੀ ਬਹੁਤ ਜ਼ਿਆਦਾ ਸਟਰੋਂਗ ਡਾਕੂਮੈਂਟਸ ਹੋਣ ਤਾਂ ਜ਼ਿਆਦਾਤਰ ਤਾਂ ਕਰਕੇ ਵੀ। ਵੈਸੇ ਅਗਰ ਅਸੀਂ ਬੱਚੇ ਦਾ ਵੀਜ਼ਾ ਦਿਖਾਈਏ ਜਿਨ੍ਹਾਂ ਨੇ ਲਾਈਕ ਹੁਣ ਮਾਰਚ ਵਿੱਚ ਆਪਣੀ ਲਾਸਟ ਕੁਆਲੀਫਿਕੇਸ਼ਨ ਕੰਪਲੀਟ ਕੀਤੀ ਹੈ, ਜਿਵੇਂ 9th ਕੀਤੀ ਹੈ 10th ਕੀਤੀ ਹੈ, ਠੀਕ ਹੈ, ਅੱਗੇ ਆਪਾਂ 11ਵੀਂ ਵਾਸਤੇ ਉਹਨਾਂ ਨੂੰ ਅਪਲਾਈ ਕਰ ਰਹੇ ਹਾਂ, 12ਵੀਂ ਵਾਸਤੇ ਅਪਲਾਈ ਕਰ ਰਹੇ ਹਾਂ, ਤੇ ਇਸ ਇੰਸਟੈਂਸ 'ਚ ਬੱਚੇ ਦਾ ਵੀਜ਼ਾ ਆਰਾਮ ਨਾਲ ਲੱਗ ਜਾਂਦਾ ਹੈ। ਆਲਮੋਸਟ 100% ਚਾਂਸਿਸ ਹੈ ਵੀਜ਼ਾ ਲੱਗਣ ਦੇ। ਕੋਈ ਇੰਟਰਵਿਊ ਨਹੀਂ ਆਉਂਦੀ ਬੱਚੇ ਦੀ, ਬੱਚੇ ਦੀ ਇੰਟਰਵਿਊ ਵੈਸੇ ਵੀ ਆਉਂਦੇ ਕੋਈ ਚਾਂਸਿਸ ਨਹੀਂ ਬਣਦੇ ਕਿਉਂਕਿ ਜ਼ਿਆਦਾਤਰ ਬੱਚੇ ਅੰਡਰ 18 ਹੁੰਦੇ ਆ ਇਹਦੇ ਵਿੱਚ, ਤੇ ਪੇਰੈਂਟਸ ਦੀ ਰੇਅਰ ਕੇਸ 'ਚ ਇੰਟਰਵਿਊ ਆਉਂਦੀ ਹੈ, ਇਹਦੇ ਵਿੱਚ ਇੰਟਰਵਿਊ ਦਾ ਕੋਈ ਚਾਂਸਿਸ ਨਹੀਂ ਹੈਗੇ ਵੀ ਜ਼ਿਆਦਾਤਰ ਵੀਜ਼ਾ ਲੱਗ ਜਾਂਦਾ ਹੈ। ਰਿਜੈਕਸ਼ਨ ਕਿਹੜੇ ਕਾਰਨ ਚਾਹੁੰਦੀ ਹੈ? ਰਿਜੈਕਸ਼ਨ ਇਹਨਾਂ ਵਿੱਚ ਇਹੀ ਕਾਰਨ ਆਉਂਦੇ ਨੇ ਵੀ ਬੱਚੇ ਦੇ ਫੰਡਸ ਜਿਹੜੇ ਸ਼ੋ ਹੁੰਦੇ ਨੇ ਵੀ ਅਪਰੋਕਸੀਮੇਟ ਦੀ 1 ਸਾਲ ਦੇ ਲਿਵਿੰਗ ਐਕਸਪੈਂਸਿਸ ਤੇ ਜਿਹੜੀ ਟਿਊਸ਼ਨ ਫੀ, ਜਿਹੜੀ 1 ਸਾਲ ਦੀ ਪੈਂਡਿੰਗ ਟਿਊਸ਼ਨ ਫੀ ਹੈ, ਜਿਵੇਂ 6 ਮਹੀਨੇ ਦੀ ਭਰ ਦੇਗਾ ਤਾਂ 6 ਮਹੀਨੇ ਰਹਿ ਜਾਏਗੀ, ਤੇ ਅਪਰੋਕਸੀਮੇਟ ਦੀ ਅੰਦਾਜ਼ਾ 14-15 ਲੱਖ ਰੁਪਏ ਦੇ ਆਸ-ਪਾਸ ਫੰਡ ਸ਼ੋ ਹੁੰਦੇ ਨੇ, ਜੋ ਕਿ ਕਰੰਟ ਫੰਡਸ ਵੀ ਹੋ ਸਕਦੇ ਨੇ, ਉਹਦਾ ਕੋਈ ਸੋਰਸ ਦੀ ਰਿਕੁਆਇਰਮੈਂਟ ਨਹੀਂ, ਉਹ ਥਰਡ ਪਾਰਟੀ ਫੰਡਸ ਵੀ ਹੋ ਸਕਦੇ ਨੇ, ਕੋਈ ਵੀ ਉਹਨੂੰ ਫੰਡ ਸ਼ੋ ਕਰ ਸਕਦਾ ਹੈ। ਤੇ ਐਸੇ ਕੇਸਿਸ 'ਚ ਕਈ ਵਾਰੀ ਫੰਡਸ ਹੁੰਦੇ ਨੇ, ਫੰਡਸ ਬੱਚੇ ਕੋਲ ਜੈਨੂਇਨ ਨਹੀਂ ਹੁੰਦੇ, ਜਦੋਂ ਇਨਕੁਆਇਰੀ ਕਰਦੇ ਆ ਐਮਬੈਸੀ ਇਨਕੁਆਇਰੀ ਕਰਦੇ ਆ ਨਹੀਂ ਨਿਕਲਦੇ, ਕਿਉਂਕਿ ਇਹਦੇ 'ਚ 571 ਤੇ 572 ਦੇ ਵਿੱਚ ਇਟ ਇਜ਼ ਡਿਪੈਂਡੈਂਟ ਔਨ ਯੂਰ ਫੰਡਸ, ਤੇ ਫੰਡਸ ਦੀ ਇਨਕੁਆਇਰੀ ਹੋਣੀ ਹੀ ਹੋਣੀ ਹੈ। ਨਹੀਂ ਇਹਦੇ ਵਿੱਚ ਨਹੀਂ 3 ਮਹੀਨੇ ਪੁਰਾਣੇ ਚਾਹੀਦੇ। 571 ਚ ਕਰੰਟ ਫੰਡਸ ਅਸੈਪਟੇਬਲ ਨੇ, 100% ਅਸੈਪਟੇਬਲ ਨੇ। ਨਹੀਂ, ਜਦੋਂ ਹੁਣ ਇੱਕ ਮਾਂ ਪਿਓ ਕੋਲ ਇਸ ਤਰ੍ਹਾਂ ਦੇ ਫੰਡ ਹੀ ਨਹੀਂ ਦਿਖਾਉਣ ਵਾਸਤੇ ਕਿ ਬੱਚੇ ਨੂੰ ਕਿਉਂ ਭੇਜ ਰਿਹਾ, ਪਹਿਲਾ ਸਵਾਲ ਜੇ ਭੇਜ ਰਿਹਾ ਹੈ ਤਾਂ ਫਿਰ 2 ਸਾਲ ਬਾਅਦ ਜੇ ਬੱਚਾ ਵਾਪਸ ਆ ਗਿਆ ਉਹਦੀ ਜ਼ਿੰਦਗੀ ਖਰਾਬ ਹੋ ਜਾਣੀ, ਨਾ ਉੱਧਰ ਦਾ ਨਾ ਉੱਧਰ ਦਾ। ਸੋ ਤੁਹਾਨੂੰ 5-7 ਸਾਲ ਦੀ ਪਲਾਨਿੰਗ ਨਹੀਂ ਲੈ ਕੇ ਚੱਲਣੀ ਚਾਹੀਦੀ? ਨਹੀਂ, ਇਹਦੇ ਵਿੱਚ ਦੇਖੋ ਜ਼ਿਆਦਾਤਰ ਬੱਚੇ ਜਿਹੜੇ ਸਾਡੇ ਕੋਲ ਜਾਂਦੇ ਨੇ ਉਹ 10th ਪਾਸ ਹੁੰਦੇ ਨੇ, ਜ਼ਿਆਦਾਤਰ 10th ਪਾਸ ਹੁੰਦੇ ਨੇ ਵੀ, ਇਸ ਤੋਂ ਘੱਟ ਬੱਚੇ ਨੂੰ ਪੇਰੈਂਟਸ ਨਹੀਂ ਭੇਜਦੇ ਹੈਗੇ ਜ਼ਿਆਦਾਤਰ। ਤੇ ਜਿਵੇਂ 11ਵੀਂ ਬੱਚਾ ਪੜ੍ਹਨ ਜਾ ਰਿਹਾ, ਜਿਵੇਂ 11ਵੀਂ 'ਚ ਐਡਮਿਸ਼ਨ ਲੈ ਦੀ, ਤੇ 11ਵੀਂ ਉੱਥੇ ਪੜ੍ਹਨ ਤੋਂ ਬਾਅਦ ਉਹ ਡਾਇਰੈਕਟ ਡਿਪਲੋਮਾ ਵਿੱਚ ਐਡਮਿਸ਼ਨ ਲੈ ਸਕਦਾ ਹੈ ਵਿਦਆਊਟ ਐਨੀ ਇੰਗਲਿਸ਼ ਕੋਰਸ, ਠੀਕ ਹੈ। ਉਹਨੂੰ IELTS ਵੀ ਦੁਬਾਰਾ ਦੇਣ ਦੀ ਲੋੜ ਨਹੀਂ, ਸਿੱਧਾ 11ਵੀਂ ਤੋਂ ਬਾਅਦ ਡਿਪਲੋਮਾ ਕਰੇਗਾ, ਡਿਪਲੋਮਾ ਤੋਂ ਬਾਅਦ ਡਿਗਰੀ ਕਰਕੇ ਆਪਦੀ PR ਲੈ ਸਕਦਾ ਹੈ। ਅਗਰ ਇਹੀ ਬੱਚਾ ਜਿਵੇਂ 11ਵੀਂ ਤੋਂ ਬਾਅਦ ਜਾ ਰਿਹਾ ਹੈ ਤੇ ਉਹ 12ਵੀਂ ਦੀ ਪੜ੍ਹਾਈ ਕਰਕੇ ਉਸ ਤੋਂ ਬਾਅਦ ਡਿਪਲੋਮਾ ਲੈ ਕੇ ਡਿਗਰੀ ਲੈ ਕੇ PR ਲੈ ਸਕਦਾ ਹੈ। ਫੀਸਾਂ ਦਾ ਉਤਾਰ ਨਹੀਂ ਹੈ ਨਾ ਅਗਲੀਆਂ, ਫਿਰ ਫੀਸਾਂ ਉਤਾਰਨੀ ਹੈ, ਬਟ ਕਾਫੀ ਪੇਰੈਂਟਸ ਇਸ ਚੀਜ਼ ਨੂੰ ਲਾਈਕ ਉਹ ਲੈ ਕੇ ਚੱਲਦੇ ਨੇ ਵੀ 12ਵੀਂ ਤੋਂ ਬਾਅਦ ਵੀ ਅਗਰ ਬੱਚੇ ਦੇ ਕਈ ਵਾਰੀ IELTS ਕਮਜ਼ੋਰ ਹੁੰਦੇ ਨੇ, ਬੱਚੇ ਵੀ ਇੰਗਲਿਸ਼ 'ਚ ਬਹੁਤ ਜ਼ਿਆਦਾ ਕਮਜ਼ੋਰ ਹੈ, ਉਹਨਾਂ ਨੂੰ ਲੱਗਦਾ ਵੀ ਨਹੀਂ 5 ਬੈਂਡ ਵੀ ਨਹੀਂ ਆ ਪਾਣਗੇ। ਕਾਫੀ ਪੇਰੈਂਟਸ ਸਾਡੇ ਕੋਲ ਆਉਂਦੇ ਨੇ ਜਿਨ੍ਹਾਂ ਦੇ ਬੱਚਿਆਂ ਦੀ ਇੰਗਲਿਸ਼ ਬਹੁਤ ਜ਼ਿਆਦਾ ਕਮਜ਼ੋਰ ਹੈ, ਉਹ ਪ੍ਰੈਫਰ ਕਰਦੇ ਨੇ ਵੀ 10ਵੀਂ ਤੋਂ ਬਾਅਦ ਜਾਂ 11ਵੀਂ ਤੋਂ ਬਾਅਦ ਹੀ ਅਸੀਂ ਬੱਚੇ ਨੂੰ ਭੇਜ ਦਈਏ ਤੇ ਲਾਈਕ ਵੀ ਬੱਚਾ ਜਲਦੀ ਸੈੱਟ ਹੋ ਜਾਏ। ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਵੀ ਮੈਨੂੰ ਬੱਚੇ ਪੁੱਛਦੇ ਨੇ, ਜ਼ਿਆਦਾਤਰ ਬੱਚੇ ਪੁੱਛਦੇ ਵੀ ਵਾਟ ਇਜ਼ ਦ ਰਾਈਟ ਏਜ ਟੂ ਗੋ ਓਵਰਸੀਜ਼, ਵੀ ਬਾਹਰ ਪੜ੍ਹਨ ਦੀ ਸਭ ਤੋਂ ਵਧੀਆ ਏਜ ਕਿਹੜੀ ਹੈ। ਮੈਂ ਬੱਚਿਆਂ ਨੂੰ ਇਹੀ ਕਹਿੰਦਾ ਵੀ ਐਜ਼ ਸੂਨ ਐਜ਼ ਪੋਸੀਬਲ, ਵੀ ਜਿੰਨੀ ਜਲਦੀ ਤੁਸੀਂ ਜਾਂਦੇ ਹੋ ਉਨੀ ਜਲਦੀ ਸੈੱਟ ਹੋਵੋਗੇ। ਮੈਂ ਤਾਂ ਰਿਐਲਿਟੀ 'ਚ ਤਾਂ ਇਹ ਕਹੂੰਗਾ ਵੀ ਅਗਰ ਬੱਚੇ ਨੇ ਬਾਹਰ ਹੀ ਸੈੱਟ ਹੋਣਾ ਹੈ ਤੇ ਅਗਰ ਤੁਸੀਂ ਚਾਹੁੰਦੇ ਹੋ ਵੀ ਬੱਚਾ ਬਿਲਕੁਲ ਉਵੇਂ ਐਕਸੈਂਟ 'ਚ ਗੱਲ ਕਰੇ ਉੱਥੇ ਜਾ ਕੇ, ਉਵੇਂ ਕਲਚਰ ਨੂੰ ਅਪਣਾ ਦੇ, ਸਹੀ ਤਰੀਕੇ ਨਾਲ ਵੀ ਆਪਦਾ ਸੈਟਲਮੈਂਟ ਕਰ ਦੇ, ਤੇ ਮੇਰੇ ਹਿਸਾਬ ਨਾਲ 9ਵੀਂ 10ਵੀਂ ਬਹੁਤ ਵਧੀਆ ਏਜ ਹੈਗੀ ਆ ਅਗਰ ਬੱਚੇ ਪੇਰੈਂਟਸ ਅਫੋਰਡ ਕਰ ਸਕਦੇ ਨੇ ਐਜੂਕੇਸ਼ਨ ਨੂੰ, ਵੀ 9ਵੀਂ 10ਵੀਂ ਦੇ ਆਸ-ਪਾਸ ਅਗਰ ਚੱਲ ਜਾਣ ਬੱਚੇ। ਉਹੀ ਹੈ ਮਨੀਸ਼ ਜੀ ਕਿ ਪੰਜਾਬ ਤੋਂ ਜਦੋਂ ਅਸੀਂ ਰਿਸਰਚ ਕਰਦੇ ਹਾਂ, ਮਾਂ ਪਿਓ ਨਾਲ ਗੱਲ ਕਰਦੇ ਹਾਂ, ਏਜੰਟਸ ਨਾਲ ਗੱਲ ਕਰਦੇ ਹਾਂ, ਤਾਂ ਇਉਂ ਲੱਗਦਾ ਹੈ ਕਿ ਇੱਕ ਮਾਂ ਪਿਓ ਨੂੰ
ਇੱਕ ਰਸਤਾ ਮਿਲ ਗਿਆ ਕਿ ਮੈਂ ਵੀ ਜਾ ਸਕਦਾ ਬਾਹਰ। ਨਹੀਂ, ਇਹ ਰਸਤਾ ਤਾਂ ਨੈਚੁਰਲੀ ਗੱਲ ਹੈਗੀ ਹੈ ਵੀ ਕਿਉਂਕਿ ਜ਼ਿਆਦਾਤਰ ਬੱਚੇ ਜਿਵੇਂ 8ਵੀਂ 9ਵੀਂ ਦਾ ਅਗਰ ਬੱਚਾ ਹੈਗਾ ਤਾਂ ਪੇਰੈਂਟਸ ਦੀ ਏਜ ਜ਼ਿਆਦਾ ਨਹੀਂ ਹੋਏਗੀ, ਅਪਰੋਕਸੀਮੇਟਲੀ 38 40 ਸਾਲ ਦੇ ਆਸ-ਪਾਸ ਏਜ ਹੋਏਗੀ ਪੇਰੈਂਟਸ ਦੀ, ਇਹ ਬਹੁਤ ਜ਼ਿਆਦਾ ਏਜ ਨਹੀਂ ਹੁੰਦੀ ਹੈਗੀ। ਤੇ ਉਸ ਏਜ ਵਿੱਚ ਪੇਰੈਂਟਸ ਦਾ ਮਨ ਵੀ ਹੋ ਸਕਦਾ ਬਾਹਰ ਜਾਣ ਦਾ। ਇਹ ਇੱਕ ਬਹੁਤ ਵਧੀਆ ਰਸਤਾ ਹੈਗਾ ਪੇਰੈਂਟਸ ਵਾਸਤੇ ਵੀ, ਚਲੋ ਅਗਰ ਸਿੰਗਲ ਕੇਸ ਅਪਲਾਈ ਕਰਾ ਦੇਣ, ਠੀਕ ਹੈ। ਉਸ ਇੰਟੈਂਸ਼ਨਸ ਕਲੀਅਰ ਨਹੀਂ ਨਾ, ਵਿਦਿਆਰਥੀ ਦੀ ਸਟੱਡੀ ਕਨੀ ਫੋਕਸ ਨਹੀਂ ਹੈਗੇ ਸੀ। ਨਹੀਂ, ਬਿਲਕੁਲ ਠੀਕ ਤੁਹਾਡੀ ਗੱਲ ਵੀ, ਫੋਕਸ ਨਹੀਂ ਹੈਗਾ, ਬਟ ਪੇਰੈਂਟਸ ਵੀ ਨਾਲ ਵੀਜ਼ਾ ਲੈ ਸਕਦੇ ਨੇ, 6 ਮੰਥਸ ਦਾ ਵੀਜ਼ਾ ਲਾਈਕ ਆਲਮੋਸਟ ਗਾਰੰਟੀਡ। ਕਿੰਨਾ ਕੁ ਧਿਆਨ ਮਿਲ ਰਿਹਾ ਪੰਜਾਬ 'ਚ ਇਸ ਚੀਜ਼ ਦਾ? ਇਹਦੇ ਵਿੱਚ ਦੇਖੋ ਐਪਲੀਕੇਸ਼ਨਸ ਹੈਗੀਆਂ, ਕਾਫੀ ਐਪਲੀਕੇਸ਼ਨਸ ਹੈ, ਬਟ ਮੋਰ ਦੈਨ 50% ਐਪਲੀਕੇਸ਼ਨਸ ਉਹੀ ਹੁੰਦੀਆਂ ਵੀ ਜਿਹੜੀਆਂ ਕਹਿੰਦੇ ਨੇ ਵੀ ਪੇਰੈਂਟਸ ਨੇ ਨਾਲ ਜਾਣਾ ਹੈ, ਠੀਕ ਹੈ। ਐਸੀ ਐਪਲੀਕੇਸ਼ਨ ਅਸੀਂ ਖੁਦ ਅਵੋਇਡ ਕਰਦੇ ਹਾਂ ਕਿਉਂਕਿ ਪ੍ਰੈਕਟੀਕਲੀ ਲਾਈਕ ਵੀ ਕੋਈ ਫਾਇਦਾ ਨਹੀਂ ਕਿਸੇ ਦਾ ਪੈਸਾ ਵੇਸਟ ਕਰਨ ਨੂੰ, ਪੇਰੈਂਟਸ ਦੇ ਵੀ ਪੈਸਾ ਵੇਸਟ ਹੋ ਰਿਹਾ, ਐਪਲੀਕੇਸ਼ਨ ਫੀਸ ਲੱਗ ਰਹੀ ਹੈ, ਸਭ ਕੁਝ ਲੱਗ ਰਿਹਾ, ਤੇ ਵੀ ਅਵੋਇਡ ਦੈਟ ਐਪਲੀਕੇਸ਼ਨਸ। ਜਿਹੜਾ ਬੱਚਾ ਸਿੰਗਲ ਐਪਲੀਕੇਸ਼ਨ ਅਪਲਾਈ ਕਰ ਰਿਹਾ ਤੇ ਅਸੀਂ ਜ਼ਰੂਰ ਕਰਕੇ ਦੇਣੇ ਉਹਨਾਂ ਦੇ ਪੇਰੈਂਟਸ ਦਾ ਨਿਕਾਲ ਨੂੰ ਵੀ ਲਗਵਾਉਂਦੇ। ਮਾਪੇ ਕਿਉਂ ਨਹੀਂ? ਲਾਈਕ ਵੈਸੀ ਦਾ ਇੱਕ ਸੋਚ ਹੈਗੀ ਹੈ ਵੀ ਅਗਰ ਫਾਦਰ ਜਾ ਰਿਹਾ ਹੈ ਕੰਮ ਛੱਡ ਕੇ, ਆਪਣਾ ਵੀ ਇੰਨਾ ਵੀ ਕਿਆ ਗੱਲ ਹੋਗੀ ਵੀ 10ਵੀਂ ਬੱਚੇ ਨੂੰ ਕਰਵਾਉਣ ਵਾਸਤੇ ਆਸਟ੍ਰੇਲੀਆ ਜਾ ਰਿਹਾ ਤੇ ਆਪਦਾ ਸਾਰਾ ਕੰਮ ਧੰਦਾ, ਸਾਰਾ ਬਿਜ਼ਨਸ, ਆਪਣੀ ਜੌਬ ਛੱਡ ਕੇ ਜਾ ਰਿਹਾ, ਉਹ ਵੀ ਕੋਈ ਗੱਲ ਨਹੀਂ ਸਮਝ ਆਉਂਦੀ, ਲੌਜੀਕ ਨਹੀਂ ਬਣਦਾ, ਲੌਜਿਕ ਨਹੀਂ ਮਰ ਰਿਹਾ। ਹੁਣ ਅਗਰ ਮਦਰ ਹੈਗੀ ਹੈ ਉਹ ਆਪਦੇ ਹਸਬੈਂਡ ਨੂੰ ਤੇ ਹੋਰ ਬੱਚਿਆਂ ਨੂੰ ਛੱਡ ਕੇ ਜਾ ਰਹੀ ਹੈ ਸਿਰਫ ਬੱਚੇ ਨੂੰ, ਇੱਕ ਬੱਚੇ ਨੂੰ ਪੜ੍ਹਾਉਣ ਵਾਸਤੇ, ਇਹ ਵੀ ਲੌਜਿਕ ਨਹੀਂ। ਇਹ ਦੋ ਲੌਜਿਕ ਹੈ ਜਿਹੜੇ ਬਿਲਕੁਲ ਲਾਈਕ ਬਿਲਕੁਲ ਨਹੀਂ ਲਾਈਕ ਸਮਝ ਆਉਂਦੀ ਹੈਗੀ, ਤੇ ਇਸ ਕਰਕੇ ਜ਼ਿਆਦਾਤਰ ਪੇਰੈਂਟਸ ਦਾ ਵੀਜ਼ਾ ਬਹੁਤ ਰੇਅਰ ਕੇਸ 'ਚ ਲੱਗਦਾ ਇਹਦੇ ਵਿੱਚ। ਔਰ 572 ਦਾ ਇਸ ਵਕਤ ਕੀ ਸਟੇਟਸ ਹੈ, ਕੈਟਾਗਰੀ ਹੈ, ਐਗਜ਼ਿਸਟ ਕਰ ਰਹੀ ਹੈ ਅੱਜ ਵੀ? ਬਹੁਤ ਸਾਰਾ ਵਿਦਿਆਰਥੀ ਵਰਗ ਇੰਟਰਸਟਿਡ ਹੋਊਗਾ ਸ਼ਾਇਦ ਇਹਦੇ ਵਿੱਚ ਵੀ ਕਿ ਚਲੋ ਡਿਗਰੀ ਨਾ ਕਰਕੇ ਡਿਪਲੋਮਾ ਕਰ ਲਈਏ। ਕਿੱਥੇ ਮਾਰ ਪੈ ਰਹੀ ਹੈ, ਕਿੱਥੇ ਵਿਦਿਆਰਥੀ ਕਿਉਂ ਨਹੀਂ ਜਾ ਪਾ ਰਿਹਾ, ਜਾਂ ਡਰ ਹੈ ਅੱਜ ਵੀ ਕਿ ਐਸਵੀਪੀ ਤੋਂ ਇਲਾਵਾ ਜਾਣਾ ਹੀ ਨਹੀਂ ਪੰਜਾਬ ਦੇ ਵਿੱਚ? ਨਹੀਂ ਦੇਖੋ, 572 ਦੀ ਸਿੰਪਲ ਜਾਂ ਦੋ ਰਿਕੁਆਇਰਮੈਂਟਸ ਹੈਗੀਆਂ ਮੇਨ, ਤੇ ਇੱਕ ਉਹਦੀ ਲਾਈਕ ਸੈਕੰਡਰੀ ਰਿਕੁਆਇਰਮੈਂਟ ਆਉਂਦੀ ਹੈ। ਮੇਨ ਰਿਕੁਆਇਰਮੈਂਟਸ ਇਹਦੀਆਂ ਇਹ ਹੈਗੀ ਵੀ 1 ਸਾਲ ਦੀ ਲਿਵਿੰਗ ਐਕਸਪੈਂਸਿਸ ਤੇ 1 ਸਾਲ ਦੀ ਟਿਊਸ਼ਨ ਫੀਸ ਬੱਚੇ ਕੋਲ ਹੋਣੀ ਚਾਹੀਦੀ ਹੈ, ਜੋ ਕਿ 3 ਮਹੀਨੇ ਪੁਰਾਣੀ ਹੋਏ ਜਾਂ ਐਜੂਕੇਸ਼ਨ ਲੋਨ ਹੋਏ, ਠੀਕ ਹੈ। ਇੱਕ ਸਿੰਪਲ ਜੀ ਗੱਲ ਹੈ, ਇੱਕ ਲੌਜਿਕ। ਸੈਕੰਡ ਲੌਜਿਕ ਇਹਦੇ ਵਿੱਚ ਇਹ ਆ ਜਾਂਦਾ ਵੀ ਜਿਹੜੇ ਫੰਡਸ ਹੁੰਦੇ ਨੇ ਉਹ ਬੱਚੇ ਦੇ ਪੇਰੈਂਟਸ ਦੇ ਨਾਮ ਤੇ ਹੋਣ, ਦਾਦਾ ਦਾਦੀ ਦੇ, ਨਾਨਾ ਨਾਨੀ ਤੇ ਬ੍ਰਦਰ ਸਿਸਟਰ ਦੇ ਨਾਮ ਤੇ ਹੋਣ, ਹੋਰ ਕਿਸੇ ਦੇ ਨਾਮ ਤੇ ਕੋਈ ਫੰਡਸ ਨਹੀਂ ਚੱਲਣਗੇ। ਤੇ ਇਸ ਤੋਂ ਬਾਅਦ ਸੈਕੰਡਰੀ ਇਹਦੇ ਵਿੱਚ ਇੱਕ ਰਿਕੁਆਇਰਮੈਂਟ ਆ ਜਾਂਦੀ ਹੈ ਵੀ ਬੱਚੇ ਕੋਲ ਇਨਕਮ ਹੋਣੀ ਚਾਹੀਦੀ ਹੈ, ਤੇ ਇਨਕਮ ਅਪਰੋਕਸੀਮੇਟਲੀ ਜੋ ਅਸੀਂ ਲੈ ਕੇ ਚੱਲਦੇ ਹਾਂ 4 ਲੱਖ ਰੁਪਇਆ ਐਨੂਅਲ ਇਨਕਮ ਫੈਮਿਲੀ ਦੀ ਹੋਣੀ ਚਾਹੀਦੀ ਹੈ। ਅਗਰ ਇਹ ਚੀਜ਼ਾਂ ਕੰਪਲੀਟ ਹੋ ਰਹੀਆਂ ਤੇ ਬੱਚੇ ਦੀ ਐਜੂਕੇਸ਼ਨ ਜਿਹੜੀ ਲਾਸਟ ਐਜੂਕੇਸ਼ਨ ਹੈਗੀ ਹੈ ਉਹ 2013 ਜਾਂ 14 ਚ ਕੰਪਲੀਟ ਕੀਤੀ ਹੈ ਬੱਚੇ ਨੇ ਲਾਸਟ ਕੁਆਲੀਫਿਕੇਸ਼ਨ, ਤੇ ਨਾਲ ਬੱਚੇ ਦੇ ਬੈਂਡ ਜਿਹੜੇ ਹੈਗੇ ਨੇ ਮਿਨੀਮਮ 5 ਬੈਂਡ ਚਾਹੀਦੇ ਨੇ ਓਵਰਆਲ। ਅਗਰ ਇਹ ਰਿਕੁਆਇਰਮੈਂਟ ਬੱਚਾ ਫਿਲ ਕਰ ਰਿਹਾ ਤਾਂ ਉਹਨੂੰ 572 ਅਪਲਾਈ ਕਰਨਾ ਚਾਹੀਦਾ। ਕੀ ਫਰਕ ਰਹੇਗਾ 3 ਔਰ 2 ਚ? 3 ਤੇ 2 ਦੇ ਵਿੱਚ ਟੈਕਨੀਕਲੀ ਤਾਂ ਇਹੀ ਹੈ ਵੀ 3 ਚ ਡਿਪਲੋਮਾ ਪਲੱਸ ਡਿਗਰੀ ਆਉਂਦਾ ਹੈ, ਜਾਂ ਡਿਗਰੀ ਆਉਂਦੀ ਹੈ ਜਾਂ ਮਾਸਟਰਸ ਆਏਗੀ। ਜਿਹੜਾ 572 ਹੈ ਉਹ ਸਿਰਫ ਡਿਪਲੋਮਾ ਵਾਸਤੇ ਹੈ, ਸਰਟੀਫਿਕੇਟ ਕੋਰਸਿਸ ਤੇ ਡਿਪਲੋਮਾ ਕੋਰਸਿਸ ਵਾਸਤੇ ਹੈ। ਤੇ ਉਹਦੇ ਵਿੱਚ ਇਹ ਹੈ ਵੀ ਲਾਈਕ ਡਿਪਲੋਮਾ ਦੀ ਫੀਸ ਅਪਰੋਕਸੀਮੇਟਲੀ 6 ਮਹੀਨੇ ਦੀ $5000 ਤੋਂ ਜ਼ਿਆਦਾ ਕ੍ਰਾਸ ਨਹੀਂ ਕਰਦੀ ਜ਼ਿਆਦਾਤਰ ਪ੍ਰਾਈਵੇਟ ਕਾਲਜਿਸ 'ਚ। ਗਵਰਨਮੈਂਟ ਕਾਲਜਿਸ ਵੀ $6000 ਤੋਂ ਵੱਧ ਕ੍ਰਾਸ ਨਹੀਂ ਕਰਦੀ 6 ਮਹੀਨੇ ਦੀ ਫੀਸ। ਤੇ ਬੱਚਿਆਂ ਨੂੰ ਉਹ ਕਾਫੀ ਬੈਨੀਫਿਟ ਮਿਲ ਜਾਂਦਾ ਵੀ ਬੱਚੇ ਨੂੰ ਇੱਕ ਤਾਂ ਫੀਸਿਸ ਘੱਟ ਮਿਲ ਜਾਂਦੀ ਹੈ, ਤੇ ਸਭ ਤੋਂ ਮੇਨ ਇਹਦੇ ਵਿੱਚ ਕਾਰਨ ਇਹ ਆਉਂਦਾ ਵੀ ਐਸਵੀਪੀ 'ਚ ਜ਼ਿਆਦਾਤਰ ਸਾਨੂੰ ਕੋਰਸਿਸ ਮਿਲਦੇ ਨੇ ਬਿਜ਼ਨਸ ਮੈਨੇਜਮੈਂਟ, ਆਈਟੀ, ਕਾਮਰਸ, ਅਕਾਊਂਟਿੰਗ, ਮਾਰਕੀਟਿੰਗ, ਇਹ ਕੋਰਸਿਸ ਮਿਲਦੇ ਨੇ, ਇਸ ਤੋਂ ਇਲਾਵਾ ਕੋਰਸਿਸ ਨਹੀਂ ਮਿਲ ਪਾਉਂਦੇ। ਬਟ 572 ਦੇ ਵਿੱਚ ਜਦ ਬੱਚਾ ਅਪਲਾਈ ਕਰਦਾ ਹੈ, ਕੁਕਰੀ ਤੋਂ ਲੈ ਕੇ ਆਟੋਮੋਟਿਵ ਤੋਂ ਲੈ ਕੇ ਲਾਈਕ ਹਰ ਤਰੀਕੇ ਦਾ ਦੁਬਾਰਾ ਡਿਮਾਂਡ ਲਿਸਟ 'ਚ ਆ ਗਈ ਹੈ। ਐਗਜ਼ੈਕਟਲੀ। ਤੇ ਯਾਨੀ ਕਿ ਬੱਚੇ ਨੂੰ ਇਹ ਸਾਰੇ 572 ਦੇ ਵਿੱਚ ਹਰੇਕ ਕੋਰਸ ਜੋ ਵੀ ਟ੍ਰੇਡ ਦਾ ਕੋਰਸ ਹੈਗਾ ਸਾਰਾ ਹਰ ਚੀਜ਼ ਅਵੇਲੇਬਲ ਹੈਗਾ, ਅਕਾਊਂਟਿੰਗ, ਕਾਮਰਸ, ਆਈਟੀ, ਬਿਜ਼ਨਸ ਮੈਨੇਜਮੈਂਟ, ਲਾਈਕ ਆਟੋਮੋਟਿਵ, ਲਾਈਕ ਕਮਿਊਨਿਟੀ ਵੈਲਫੇਅਰ, then comes in ਵੀ ਚਾਈਲਡ ਕੇਅਰ ਦੇ ਕੋਰਸਿਸ ਹੈਗੇ ਨੇ, ਨਰਸਿੰਗ ਵੀ ਜਿਹੜੀ ਸਿਰਫ ਡਿਪਲੋਮਾ ਇਨ ਨਰਸਿੰਗ ਹੈ ਇਹ ਵੀ ਉਹਦੇ ਵਿੱਚ ਆਂਦਾ ਹੈ, ਲਾਈਕ 572 ਦੇ ਵਿੱਚ ਆਂਦਾ ਹੈਗਾ। ਤੇ ਸਾਰੇ ਕੋਰਸਿਸ ਇੰਨੀ ਜ਼ਿਆਦਾ ਵੈਰਾਈਟੀ ਮਿਲ ਜਾਂਦੀ ਹੈ ਬੱਚਿਆਂ ਨੂੰ। ਤੇ ਫਿਰ ਲਾਈਕ ਜਿਹੜੇ ਬੱਚੇ ਐਕਚੁਅਲ ਕਰਨਾ ਚਾਹੁੰਦੇ ਨੇ ਵੀ ਆਟੋਮੋਟਿਵ ਤੇ ਲਾਈਕ ਜਿਵੇਂ ਲਾਈਕ ਹਸਪੀਟੈਲਿਟੀ ਮੈਨੇਜਮੈਂਟ ਵਗੈਰਾ, ਜਿਹੜੇ ਅਲਟੀਮੇਟਲੀ ਗੋਲ ਇਹ ਲੈ ਕੇ ਜਾਂਦੇ ਨੇ ਕਿ ਪੱਕੇ ਹੋਣਾ, ਉਹਨਾਂ ਲਈ ਕੋਈ ਪੋਜ਼ਿਟਿਵ ਔਰ ਨੈਗੇਟਿਵ ਕੀ ਦੇਖਦੇ ਹੋ 572 3? 572 ਵੈਸੇ ਪ੍ਰੈਕਟੀਕਲੀ ਅਗਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤਾਂ 572 ਦੇ ਵਿੱਚ ਪੱਕਾ ਹੋਣਾ ਜ਼ਿਆਦਾ ਈਜ਼ੀ ਹੈ 573 ਨਾਲੋਂ। ਕਿਵੇਂ? 572 ਦੇ ਵਿੱਚ ਰਿਕੁਆਇਰਮੈਂਟ, ਟ੍ਰੇਡ ਰਿਕੁਆਇਰਮੈਂਟ ਇਹ ਆਉਂਦੀ ਹੈ ਵੀ 6 ਬੈਂਡ ਈਚ ਚਾਹੀਦੇ ਨੇ। ਜਿਵੇਂ ਆਟੋਮੋਟਿਵ ਦਾ ਕੋਰਸ ਕਰਦਾ ਬੱਚਾ, ਠੀਕ ਹੈ, 2 ਸਾਲ ਦਾ ਆਟੋਮੋਟਿਵ ਦਾ ਕੋਰਸ ਕੀਤਾ, ਜਾਂ ਲਾਈਕ ਕੁਕਰੀ ਦਾ ਕੋਰਸ ਕੀਤਾ, ਜਾਂ ਬੇਕਰੀ ਦਾ ਕੋਰਸ ਕੀਤਾ, ਇਲੈਕਟ੍ਰੀਸ਼ੀਅਨ ਦਾ ਕੋਰਸ ਹੈਗਾ, ਠੀਕ ਹੈ, ਆਟੋਮੋਟਿਵ ਪਲੰਬਰ, ਵੈਲਡਰ, ਕਾਰਪੈਂਟਰ, ਹਾਂਜੀ, ਇਹ ਜ਼ਿਆਦਾਤਰ 2 ਸਾਲ ਦੇ ਕੋਰਸ ਨੇ। ਕੰਸਟਰਕਸ਼ਨ ਦੇ ਕੋਰਸਿਸ ਆਉਂਦੇ ਨੇ। ਇਹ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਪਹਿਲੀ ਗੱਲ ਤਾਂ ਉਹਨੇ
ਉਹਨਾਂ ਨੇ ਰਹਿਣਾ ਡਿਪਲੋਮੇ 'ਚ ਹੈ। ਪਹਿਲੀ ਗੱਲ ਉਹਨੂੰ ਡਿਗਰੀ ਦਾ ਕੋਈ ਰੌਲਾ ਨਹੀਂ ਹੈਗਾ, ਡਿਗਰੀ ਕਰਨ ਦੀ ਕੋਈ ਲੋੜ ਨਹੀਂ ਇਹਦੇ ਵਿੱਚ। ਦੂਜੀ ਗੱਲ ਹੈ ਕੋਰਸ ਚੇਂਜ ਕਰਨਾ, ਕਾਲਜ ਚੇਂਜ ਕਰਨ 'ਚ ਉਹਨੂੰ ਕੋਈ ਪ੍ਰੋਬਲਮ ਨਹੀਂ, ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਥਰਡ ਥਿੰਗ ਇਸ ਕਿ ਇਹ ਕੋਰਸ ਜਿਹੜੇ ਵੀ ਹੈਗੇ ਨੇ ਇਹਦੇ ਵਿੱਚ ਆਉਂਦੇ ਨੇ, ਇਹ ਕੋਰਸ ਕੰਪਲੀਟ ਕਰਨ ਤੋਂ ਬਾਅਦ ਬੱਚਾ ਅਗਰ 6 ਬੈਂਡ ਈ 'ਚ ਲੈ ਜਾਂਦੇ ਨੇ, ਉਹ ਵੈਟਸੈਸ ਜਾਂ TRA ਜਿਹੜੀ ਵੀ ਉਹਨੂੰ ਅਸੈਸਮੈਂਟ ਬੋਡੀ ਹੈਗੀ ਹੈ ਉਹਨਾਂ ਤੋਂ ਅਸੈਸਮੈਂਟ ਕਰਵਾਉਣ ਤੋਂ ਬਾਅਦ ਤੇ ਅਗਰ ਕੋਈ ਜੌਬ ਆਫਰ ਮਿਲ ਜੇ ਤਾਂ ਵੀ ਠੀਕ ਹੈ, ਨਹੀਂ ਤਾਂ ਸਟੇਟ ਸਪਾਂਸਰਸ਼ਿਪ ਦੇ ਨਾਲ ਬੱਚੇ ਦੀ PR ਹੁੰਦੀ ਹੈ ਇੱਥੇ, ਜੋ ਕਿ 573 ਦੇ ਵਿੱਚ ਨਹੀਂ ਪੋਸੀਬਲ। ਲਾਈਕ 573 ਹੈ, ਜ਼ਿਆਦਾਤਰ ਇਹਦੇ ਵਿੱਚ ਡਿਗਰੀ ਕੋਰਸਸ ਆ ਜਾਂਦੇ ਨੇ। ਡਿਗਰੀ ਕੋਰਸਸ ਵਿੱਚ ਅਕਾਊਂਟਿੰਗ ਆ ਜਾਂਦਾ ਮੇਨ, 7 ਤੋਂ ਲੈ ਕੇ 8 ਬੈਂਡ ਦੀ ਰਿਕੁਆਇਰਮੈਂਟ ਪਹੁੰਚ ਜਾਂਦੀ ਹੈ। ਐਗਜ਼ੈਕਟਲੀ 7 ਬੈਂਡ ਈਚ ਦੀ ਰਿਕੁਆਇਰਮੈਂਟ ਆਦੀ ਹੈ, ਉੱਥੇ ਹੀ ਕ੍ਰਾਸ ਨਹੀਂ ਕਰ ਪਾਉਂਦਾ ਬੱਚਾ ਉਸ ਚੀਜ਼ ਨੂੰ। ਜਦ ਕਿ ਟ੍ਰੇਡ ਕੋਰਸ ਦੇ ਵਿੱਚ ਸਭ ਤੋਂ ਮੇਨ ਗੱਲ ਹੈ, ਜਿਵੇਂ ਕੰਸਟਰਕਸ਼ਨ ਹੈ, ਵੈਲਡਰ ਦੇ ਕੋਰਸ ਹੈ, ਕਾਰਪੈਂਟਰ, ਇਹ ਬਹੁਤ ਜ਼ਿਆਦਾ ਡਿਮਾਂਡ ਵਿੱਚ ਹੈ। ਕੋਰਸਿਸ ਵੀ ਉੱਥੇ ਬਹੁਤ ਜ਼ਿਆਦਾ, ਹੱਦ ਤੋਂ ਜ਼ਿਆਦਾ ਡਿਮਾਂਡ ਵਿੱਚ ਹੈ। ਦੂਜੀ ਗੱਲ ਪੜ੍ਹਾਈ ਦੀ ਇਹਦੇ ਵਿੱਚ ਜ਼ਿਆਦਾ ਰਿਕੁਆਇਰਮੈਂਟ ਨਹੀਂ, ਉੱਥੇ ਕਨਵਰਟ ਹੋ ਸਕਦਾ ਵੀਜ਼ਾ ਚ ਜੋ ਉੱਥੇ ਤੁਹਾਨੂੰ ਇੰਪਲਾਇਰ ਮਿਲਦਾ ਹੈ। ਟ੍ਰੇਡ ਲਿਸਟ ਦੇ ਵਿੱਚ ਇੰਪਲਾਇਰ ਮਿਲਦੇ ਵੀ ਬਹੁਤ ਨੇ ਮੇਰੇ ਖਿਆਲ। ਐਗਜ਼ੈਕਟਲੀ, ਕਿਉਂਕਿ ਇਹ ਚੀਜ਼ਾਂ ਨਾ ਇਹ ਲਾਈਕ ਸਕਿਲਡ ਆਕੂਪੇਸ਼ਨ ਲਿਸਟ ਦੇ ਵਿੱਚ ਹੈਗਾ, ਜਿਹੜੇ ਕ੍ਰਿਟੀਕਲ ਲਿਸਟ ਹੈਗੀ ਆ ਉਹਦੇ ਵਿੱਚ ਇਹ ਕੋਰਸਿਸ ਅਵੇਲੇਬਲ ਹੈਗੇ ਨੇ। ਤੇ ਇਹਨਾਂ ਵਿੱਚ ਇੱਕ ਵਾਰੀ ਜ਼ਿਆਦਾਤਰ ਗਵਰਨਮੈਂਟ ਕਾਲਜਿਸ ਵਿੱਚ ਪੜ੍ਹਾਏ ਜਾਂਦੇ ਨੇ, ਕੁਝ ਪ੍ਰਾਈਵੇਟ ਕਾਲਜ ਵਿੱਚ ਪੜ੍ਹਾਏ ਜਾਂਦੇ ਨੇ। ਤੇ ਹੁਣ ਇਹ ਕਰਨ ਤੋਂ ਬਾਅਦ ਬੱਚੇ ਨੂੰ ਕੰਪਲੀਟ ਕਰਨ ਤੋਂ ਪਹਿਲਾਂ ਇੰਟਰਨਸ਼ਿਪ ਮਿਲ ਜਾਂਦੀ ਹੈ, ਜਿਹੜਾ ਆਪਾਂ ਅਪ੍ਰੈਂਟਿਸ ਜਿਹਨੂੰ ਕਹਿੰਦੇ ਆ, ਇੰਟਰਨਸ਼ਿਪ ਮਿਲ ਜਾਂਦੀ ਹੈ। ਨਾਲ ਦੇ ਨਾਲ ਬੱਚੇ ਨੂੰ ਜੌਬ ਆਫਰ ਮਿਲ ਜਾਂਦੀ ਹੈ। ਜੇ ਕੰਪਲੀਟ ਕਰਦੇ ਸਾਰੇ ਉਹਨੂੰ 457 ਤੇ ਵੀਜ਼ਾ ਲੈ ਕੇ ਬੱਚਾ ਆਰਾਮ ਨਾਲ PR। ਲਗਾਮ ਕਿਉਂ ਪਾਈ ਗਈ? ਵਿਦਿਆਰਥੀ ਨੂੰ ਵੀ ਸੌਖਾ ਹੈ, ਉਹਨਾਂ ਨੂੰ ਵੀ ਲੋੜ ਹੈ ਡਿਪਲੋਮੇ ਦੀ। ਦੇਖੋ ਇਹਦੇ ਵਿੱਚ ਕਾਰਨ ਸਾਰਾ ਇਹੀ ਰਿਹਾ, ਇਹਦੇ ਵਿੱਚ 573 SVP ਦਾ ਇਹਨਾਂ ਨੇ ਕੀਤਾ ਕੀ ਹੈ ਵੀ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸਿੰਗ ਕਰਤਾ, ਵੀ ਤੁਹਾਨੂੰ ਫੰਡਸ ਦੀ ਟੈਨਸ਼ਨ ਨਾ ਲਓ, ਇਨਕਮ ਦੀ ਟੈਨਸ਼ਨ ਨਾ ਲਓ, ਕਿਸੇ ਚੀਜ਼ ਦੀ ਟੈਨਸ਼ਨ ਨਾ ਲਓ, ਤੁਸੀਂ ਬਸ ਵੀ ਕੁਆਲਿਟੀ ਐਜੂਕੇਸ਼ਨ, ਕੁਆਲਿਟੀ ਸਟੂਡੈਂਟ ਯੂਨੀਵਰਸਿਟੀਜ਼ ਦੇ ਵਿੱਚ ਜਾਏ। SVP ਦਾ ਕਾਰਨ ਹੈ ਵੀ ਬੱਚੇ ਨੂੰ ਯੂਨੀਵਰਸਿਟੀ ਨੂੰ ਦੇ ਪਾਸੇ ਲੈ ਕੇ ਜਾ ਰਿਹਾ ਹੈ। ਡਿਪਲੋਮਾ ਪਲੱਸ ਡਿਗਰੀ ਹੈ ਤਾਂ ਵੀ ਡਿਗਰੀ ਯੂਨੀਵਰਸਿਟੀ 'ਚ ਹੋਏਗੀ, ਅਗਰ ਕੱਲੀ ਡਿਗਰੀ ਉਹ ਵੀ ਯੂਨੀਵਰਸਿਟੀ 'ਚ ਹੋਏਗੀ, ਮਾਸਟਰਸ ਹੋਏਗੀ ਉਹ ਵੀ ਯੂਨੀਵਰਸਿਟੀ 'ਚ ਹੋਏਗੀ। ਤੇ ਸਾਰਾ ਦਾ ਸਾਰਾ ਇਹਨਾਂ ਦਾ ਝੁਕਾਵ ਇਹ ਹੈ ਗਵਰਨਮੈਂਟ ਦਾ, ਵੀ ਜ਼ਿਆਦਾਤਰ ਉੱਥੇ ਜਿਹੜੀਆਂ ਯੂਨੀਵਰਸਿਟੀਜ਼ ਹੈ ਸਾਰੀ ਗਵਰਨਮੈਂਟ ਹੈ, ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈਗੀ ਹੈ ਛੱਡ ਕੇ, ਬੌਂਡ ਯੂਨੀਵਰਸਿਟੀਜ਼ ਤੋਂ ਜ਼ਿਆਦਾ ਸਾਰੀਆਂ ਗਵਰਨਮੈਂਟ ਹੈ। ਤੇ ਉਹਨਾਂ ਦਾ ਝੁਕਾਅ ਇਸ ਚੀਜ਼ ਤੇ ਹੈ ਵੀ ਬੱਚੇ ਜ਼ਿਆਦਾ ਤੋਂ ਜ਼ਿਆਦਾ ਬੱਚਾ ਗਵਰਨਮੈਂਟ ਯੂਨੀਵਰਸਿਟੀ 'ਚ ਜਾਏ, ਤਾਂ ਕਿ ਪਬਲਿਕ ਫੰਡਿੰਗ ਜਿਹੜੀ ਹੈਗੀ ਹੈ, ਜਿਹੜੀ ਗਵਰਨਮੈਂਟ ਨੂੰ ਦੇਣੀ ਪੈਂਦੀ ਹੈ, ਉਹ ਘੱਟ ਦੇਣੀ ਪਏ ਤੇ ਲਾਈਕ ਉਹਨਾਂ ਨੂੰ ਫਾਇਦਾ ਹੁੰਦਾ ਹੈ। ਦੂਸਰੀ ਗੱਲ ਹੈ ਇਹਨਾਂ ਨੇ ਹਾਇਰ ਐਜੂਕੇਸ਼ਨ ਦਾ ਇਹਨਾਂ ਦਾ ਐਕਸਪੀਰੀਅੰਸ ਓਵਰਆਲ ਅੱਛਾ ਰਿਹਾ, ਵੀ ਜਿਹੜੇ ਬੱਚੇ ਮਾਸਟਰ ਜਾਂ ਬੈਚਲਰ ਕਰਨ ਆਉਂਦੇ ਨੇ ਉਹ ਜ਼ਿਆਦਾਤਰ ਆਪਦੀ ਪੜ੍ਹਾਈ ਕੰਪਲੀਟ ਕਰਦੇ ਨੇ ਤੇ ਆਪਦੀ ਅੱਗੇ ਲਾਈਕ ਅੱਗੇ ਜ਼ਿੰਦਗੀ 'ਚ ਅੱਗੇ ਜਾਂਦੇ ਨੇ, ਕੰਪਲੀਟ ਕਰਦੇ ਨੇ, ਵਿੱਚ ਨਹੀਂ ਛੱਡਦੇ। ਬਲਕਿ ਡਿਪਲੋਮਾ ਵਾਸਤੇ ਇਹਨਾਂ ਦਾ ਐਕਸਪੀਰੀਅੰਸ ਇਹ ਰਿਹਾ ਵੀ ਜ਼ਿਆਦਾਤਰ ਬੱਚੇ ਇੱਕ ਸਮੈਸਟਰ ਜਾ ਕੇ ਛੱਡ ਦੇਣਗੇ, 2 ਸਮੈਸਟਰ ਜਾ ਕੇ ਛੱਡ ਦੇਣਗੇ, ਕੰਪਲੀਟ ਨਹੀਂ ਕਰਦੇ ਬੱਚੇ ਡਿਪਲੋਮਾ। ਇਹ ਥੋੜਾ ਜਿਹਾ ਰਿਹਾ। ਅੱਛਾ, ਜਦੋਂ 573 ਵਾਲੇ ਇਸ ਵਕਤ ਝਾਤ ਮਾਰ ਰਹੇ, ਇਹ ਨਹੀਂ ਹੈ ਕਿ ਵਿਦਿਆਰਥੀ ਗਏ ਨਹੀਂ, ਬਹੁਤ ਵਿਦਿਆਰਥੀ ਪਹੁੰਚ ਗਏ ਉੱਥੇ, ਸਕਸੈਸ ਵੀ ਨੇ, ਕੁਝ ਹਾਈ ਕਰਲਾਬ ਵੀ ਸੁਣਨ ਨੂੰ ਮਿਲ ਰਹੀ ਹੈ ਜੀ। ਸਾਨੂੰ ਡਿਗਰੀਆਂ ਦਾ ਜਿਹੜਾ ਕੋਰਸਸ ਹੈਗਾ ਉਹ ਸਮਝ ਨਹੀਂ ਆ ਰਿਹਾ, ਬੜਾ ਉੱਚ ਲੈਵਲ ਦਾ ਹੈਗਾ, ਯੂਨੀਵਰਸਿਟੀ ਦਾ ਜਿਹੜਾ ਸਿਸਟਮ ਹੈ ਉਹ ਨਹੀਂ ਸਮਝ ਆ ਰਿਹਾ। ਪਰ ਦੂਜਾ ਪਾਸਾ ਅਸੀਂ ਦੇਖ ਰਹੇ ਕਿ ਚਲੋ ਉਹ ਜਿਹੜੇ ਪਹੁੰਚ ਗਏ ਉਹਨਾਂ ਦਾ ਇੱਕ ਆਪਣੀਆਂ ਸਮੱਸਿਆਵਾਂ ਨੇ, ਉਹ ਰਹਿਣੀਆਂ ਜਦੋਂ ਪ੍ਰਵਾਸ ਅਸੀਂ ਕਰਦੇ ਹਾਂ। ਜਿਹੜੇ ਹਲੇ ਗਏ ਨਹੀਂ, ਇਹਨਾਂ ਦੇ ਦਿਮਾਗ 'ਚ ਵਿਚਾਰਾਂ ਦਾ ਟਕਰਾਅ, ਮੈਂ ਕਹੂੰਗਾ ਇੱਕ ਬਹੁਤ ਵੱਡੇ ਪੱਧਰ ਦੀ ਸੀਤ ਜੰਗ ਚੱਲ ਰਹੀ ਹੈ ਇਸ ਵਕਤ ਪੰਜਾਬ ਦੇ ਵਿੱਚ। ਵਿਦਿਆਰਥੀ ਘੁਣ ਵਾਂਗੂ ਪੀਸਿਆ ਜਾ ਰਿਹਾ ਕਿ ਮੈਂ ਆਫਰ ਲੈਟਰ ਲੈ ਲਈ ਸੀ, ਕੋਈ ਕਹਿੰਦਾ ਮੈਂ CO ਲੈ ਲਈ ਸੀ। ਤੀਜੇ ਵਿਦਿਆਰਥੀ ਦਾ ਗੱਲ ਆਉਂਦੀ ਹੈ ਕਿ ਮੇਰੀ ਐਮਬੈਸੀ 'ਚ ਜਿਹੜੀ ਹੈਗੀ ਐਪਲੀਕੇਸ਼ਨ ਪਈ ਹੈ। ਪਹਿਲਾਂ ਵੀ 2 ਸ਼ੋਅ 'ਚ ਆਪਾਂ ਜ਼ਿਕਰ ਕਰ ਚੁੱਕੇ ਹਾਂ। ਕੀ ਐਕਚੁਅਲ ਸਟੇਟਸ ਕੀ ਹੈ? ਹੁਣ ਦੁਬਾਰਾ ਰੀਇਸ਼ੂ COs ਹੋਣਗੀਆਂ? ਵਿਦਿਆਰਥੀਆਂ ਨੂੰ ਸਟੈਪ ਬੈਕ ਲੈ ਲੈਣਾ ਚਾਹੀਦਾ ਹੈ, ਉਮੀਦ ਨਾ ਰੱਖਣ ਵੀਜ਼ੇ ਤੋਂ, ਜਾਂ ਕੀ ਲੱਗਦਾ ਕੀ ਹੈ ਫਿਊਚਰ? ਦੇਖੋ ਜੋ ਵੀ ਯੂਨੀਵਰਸਿਟੀ ਆਫ ਕੈਨਬਰਾ ਦਾ ਇਸ਼ੂ ਸੀਗਾ, ਵੀ ਜਿਹੜਾ ਇਹਨਾਂ ਨੇ ਯੂਨੀਵਰਸਿਟੀਜ਼ ਨੇ ਸਾਰੀ COEs ਕੈਂਸਲ ਕਰਤੀਆਂ ਸੀਗੀਆਂ ਪੰਜਾਬ ਤੇ ਹਰਿਆਣਾ ਦਾ ਖਾਸ ਕਰਕੇ, ਉਹਦੇ ਨਾਲ ਲੱਗਦੇ ਜਿਹੜੇ ਕਾਲਜਸ ਸੀ, ਹਾਂਜੀ ਉਹਨਾਂ ਦੇ ਨਾਲ ਜਿਹੜੇ ਏਪੋਲੀ, ਐਗਜ਼ੈਕਟਲੀ, ਉਹ ਦੁਬਾਰਾ ਸਾਰੀਆਂ ਲਾਈਕ ਰੀਇਨਸਟੇਟ ਕਰ ਚੁੱਕੇ ਆ। ਲਾਈਕ ਯੂਨੀਵਰਸਿਟੀ ਨੇ ਸਾਰੀਆਂ ਉਹ ਦੁਬਾਰਾ ਠੀਕ ਕਰਕੇ ਲਾਈਕ ਏਜੰਟਸ ਨੂੰ ਭੇਜ ਚੁੱਕੇ ਹਨ। ਸਾਡੇ ਕੋਲ ਵੀ ਲਾਈਕ ਕੱਲ ਤੇ ਅੱਜ ਵਿੱਚ ਸਾਰੀਆਂ ਲਾਈਕ ਜ਼ਿਆਦਾਤਰ ਜਿੰਨੀਆਂ ਵੀ ਸਾਡੀਆਂ ਫਾਈਲ ਐਮਬੈਸੀ 'ਚ ਲੱਗੀਆਂ ਹੋਈਆਂ ਸੀ ਉਹ ਸਾਰੀਆਂ COs ਦੁਬਾਰਾ ਆ ਚੁੱਕੀਆਂ। ਬਟ ਜਿਹੜੇ ਬੱਚੇ ਨੇ ਫੀਸ ਭਰੀ ਹੋਈ ਹੈ, ਹੁਣ ਸੈਕਿੰਡ ਸਟੇਜ ਉਹਨਾਂ ਦੀ ਹੈ ਵੀ ਜਿਹੜੇ ਬੱਚਿਆਂ ਨੇ ਫੀਸ ਭਰ ਚੁੱਕੇ ਨੇ, ਜਿਨ੍ਹਾਂ ਦੀ COE ਹਜੇ ਆਈ ਨਹੀਂ ਸੀਗੀ ਤੇ ਉਹਨਾਂ ਨੂੰ ਰੀਇਨਸਟੇਟ ਕਰ ਰਹੇ ਨੇ। ਤੇ ਥਰਡ ਚੀਜ਼ ਹੈਗੀ ਹੈ ਜਿਨ੍ਹਾਂ ਦੀ ਸਿਰਫ ਆਫਰ ਲੈਟਰ ਇਸ਼ੂਡ ਸੀਗੀ ਤੇ ਹਜੇ COE ਵਾਸਤੇ ਉਹਨਾਂ ਨੇ ਪੇਮੈਂਟ ਨਹੀਂ ਭੇਜੀ ਸੀ ਜਾਂ ਫਿਰ COE ਨਹੀਂ ਆਈ ਸੀਗੀ, ਉਹਨਾਂ ਦੇ ਕੇਸਿਸ 'ਚ ਇਹ ਕਰ ਰਹੇ ਨੇ ਵੀ ਉਹਨਾਂ ਨੂੰ ਰੀਅਸੈਸ ਕਰ ਰਹੇ ਨੇ ਕੇਸਿਸ ਨੂੰ, ਉਹਨੂੰ ਵੀ ਐਸ ਪਰ ਨਿਊ GT ਗਾਈਡਲਾਈਨ ਜੋ ਯੂਨੀਵਰਸਿਟੀ ਕੈਨਬਰਾ ਨੇ ਦੁਬਾਰਾ ਇਸ਼ੂ ਕੀਤੀਆਂ ਹੁਣੀ ਰੀਸੈਂਟਲੀ, ਤੇ ਉਹਦੇ ਅਕੋਰਡਿੰਗ ਹੀ ਬੱਚੇ ਦੀ ਅਸੈਸਮੈਂਟ ਹੋਏਗੀ। ਅਗਰ ਉਹਦੇ ਵਿੱਚ ਬੱਚੇ ਨੂੰ ਹੋ ਸਕਦਾ ਵੀ 100 ਐਡਮਿਸ਼ਨਾਂ ਉਹਨਾਂ ਨੇ ਦਿੱਤੀਆਂ ਤਾਂ ਹੋ ਸਕਦਾ ਉਹਨੂੰ 60 ਕਰ ਦੇਣ ਜਾਂ 50 ਕਰ ਦੇਣ ਜਾਂ 40 ਕਰ ਦੇਣ, ਵੀ ਬਾਕੀ ਐਪਲੀਕੇਸ਼ਨਾਂ ਨੂੰ ਰਿਜੈਕਟ ਕਰ ਦੇਣ। ਵੀ ਜਿਹੜੇ ਬੱਚੇ ਨੇ ਸਿਰਫ ਐਡਮਿਸ਼ਨ ਹੀ ਦਿੱਤੀ ਹੈ ਜਾਂ ਫਿਰ ਹਜੇ ਅਪਲਾਈ ਕਰ ਰਹੇ ਨੇ, ਬਟ ਜਿਹੜੇ ਜਿਨ੍ਹਾਂ ਦੀ ਐਮਬੈਸੀ 'ਚ ਫਾਈਲ ਲੱਗੀ ਆ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਕਿਸ ਮਰਜ਼ੀ ਕਾਲਜ ਤੋਂ ਉਹਨਾਂ ਨੇ ਅਪਲਾਈ ਕੀਤਾ ਹੋਇਆ, ਅਗਰ ਯੂਨੀਵਰਸਿਟੀ ਆਫ ਕੈਨਬਰਾ ਦੀ ਕਿਸੇ ਵੀ COE ਜਿੱਥੇ ਵੀ ਐਮਬੈਸੀ 'ਚ ਗਈ ਹੈ ਯੂਨੀਵਰਸਿਟੀ ਆਫ ਕੈਨਬਰਾ ਦੇ, ਉਹਨਾਂ ਨੇ ਕਿਸੇ ਵੀ ਤਰੀਕੇ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਉਹਨਾਂ ਦੀ ਸਾਰੀ COs ਰੀਇਨਸਟੇਟ ਜ਼ਿਆਦਾਤਰ ਹੋ ਚੁੱਕੀਆਂ, ਨਹੀਂ ਤਾਂ ਥੋੜੇ ਦਿਨਾਂ ਦੇ ਵਿੱਚ, ਆਉਣ ਵਾਲੇ 2-3 ਦਿਨਾਂ ਦੇ ਸਾਰਿਆਂ ਦੀ ਰੀਇਨਸਟੇਟ ਹੋ ਕੇ ਉਹਨਾਂ ਨੂੰ ਕੋਲ ਆ ਜਾਣਗੀਆਂ। ਉਹਨਾਂ ਦਾ ਵੀਜ਼ੇ 'ਚ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਏਗੀ, ਕੋਈ ਉਹਨਾਂ ਦੇ ਰਿਜੈਕਸ਼ਨ ਨਹੀਂ ਆਏਗੀ। ਅਗਰ ਬਾਈ ਚਾਂਸ ਉਹਨਾਂ ਨੇ ਕੈਂਸਲ ਕਰ ਵੀ ਦਿੱਤੀ COE ਤਾਂ ਵੀਜ਼ਾ ਅਫਸਰ ਹਮੇਸ਼ਾ ਵੀਜ਼ਾ ਦੇਣ ਤੋਂ ਪਹਿਲਾਂ
ਮੰਗੇਗਾ ਸੀਓਈ ਵੀ, ਸੀਓਈ ਤੁਹਾਡੀਆਂ ਇਨਵੈਲਿਡ ਹੈ, ਇਹਨੂੰ ਦੁਬਾਰਾ ਸਾਨੂੰ ਭੇਜੋ, ਠੀਕ ਹੈ। ਉਹਦੇ ਬਿਨਾ ਅਗਰ ਹਾਂ ਵੀਜ਼ਾ ਨਹੀਂ ਦੇਣਾ ਚਾਹੁੰਦਾ ਵੀਜ਼ਾ ਅਫਸਰ, ਏਜੰਟ ਮਹਾਰਥੀਆਂ ਨੇ ਫਾਈਲ ਹੀ ਬੱਚੇ ਦੇ ਨਾਮ ਤੇ ਪਈ ਹੈ, ਉਹ ਤਾਂ ਫਸਣਗੇ। ਨਹੀਂ, ਐਸਾ ਤੁਹਾਡੀ ਗੱਲ ਬਿਲਕੁਲ ਠੀਕ ਹੈ, ਬਟ ਫਿਰ ਹੀ ਇੱਕ ਵੀਜ਼ਾ ਸਟੇਜ ਇਨ ਹਾਈ ਕਮਿਸ਼ਨ 'ਚ ਥੋੜਾ ਜਿਹਾ ਸਿਸਟਮ ਕੁਝ ਹੋਰ ਹੈ ਵੀ ਇੱਕ ਮੌਕਾ ਦਿੱਤਾ ਜਾਂਦਾ ਬੱਚੇ ਨੂੰ ਵੀ ਕਿ ਇਮੀਗ੍ਰੇਸ਼ਨ ਜਸਟਿਸ ਦਾ ਇੱਕ ਕਨਸੈਪਟ ਹੈਗਾ ਇਮੀਗ੍ਰੇਸ਼ਨ 'ਚ ਵੀ ਬੱਚੇ ਦਾ ਅਗਰ ਵੀਜ਼ਾ ਲੱਗਣ ਦੇ ਚਾਂਸਸ ਨਹੀਂ ਹੈਗੇ ਫਿਰ ਤਾਂ ਗੱਲ ਖਤਮ ਹੋ ਗਈ, ਫਿਰ ਉਹਨਾਂ ਨੇ ਕੋਈ ਸੀਓਈ ਨਹੀਂ ਮੰਗਣੀ, ਕੁਝ ਨਹੀਂ ਮੰਗਣਾ। ਅਗਰ ਵੈਸੇ ਜੀਟੀ ਕ੍ਰਾਈਟੇਰੀਆ ਜਾਂ ਫਿਰ ਡਾਕੂਮੈਂਟਸ ਫੇਕ ਹੈ ਜਾਂ ਕੁਝ ਹੋਰ ਕਿਤੇ ਪ੍ਰੋਬਲਮ ਹੈ ਫਿਰ ਤਾਂ ਕੀ ਵੀਜ਼ਾ ਦੇਣਾ, ਫਿਰ ਤਾਂ ਕੋਈ ਚੱਕਰ ਹੀ ਨਹੀਂ। ਅਗਰ ਵੀਜ਼ਾ ਅਫਸਰ ਦਾ ਮੂਡ ਵੀਜ਼ਾ ਬੱਚੇ ਦਾ ਦੇਣ ਦਾ ਹੈਗਾ ਤੇ ਬੱਚੇ ਦੀ ਸੀਓਈਜ਼ ਅਗਰ ਕੈਂਸਲਡ ਹੈਗੀ ਹੈ ਤੇ ਜਾਂ ਫਿਰ ਡੇਟਾ ਨਿਕਲ ਚੁੱਕੀਆਂ, ਜਿਵੇਂ ਸਪੋਜ਼ ਕਰੋ ਜੁਲਾਈ ਉਹਨਾਂ ਨੇ ਜੂਨ ਇਨਟੇਕ 1 ਜੂਨ ਦਾ ਇਨਟੇਕ ਸੀ ਪ੍ਰੋਸੈਸ, ਉਹਨਾਂ ਨੇ ਬੱਚੇ ਨੇ ਅਪਲਾਈ ਕਰਤਾ ਵੀਜ਼ਾ ਅਪ੍ਰੈਲ 'ਚ ਬਟ ਨਹੀਂ ਆਇਆ ਵੀਜ਼ਾ, ਲੇਟ ਹੋ ਗਿਆ ਵੀਜ਼ਾ, ਜੁਲਾਈ ਦਾ ਹੁਣ ਜੂਨ ਦਾ ਮਹੀਨਾ ਆ ਗਿਆ ਤੇ ਜੂਨ ਦੇ ਮਹੀਨੇ ਵਿੱਚ ਉਹ ਇਹ ਨਹੀਂ ਹੈਗਾ ਵੀ ਬੱਚੇ ਦਾ ਵੀ ਵੀਜ਼ਾ ਕੈਂਸਲ ਹੋ ਜਾਏਗਾ ਵੀ ਉਹਦੇ ਕਲਾਸਾਂ ਨਿਕਲ ਚੁੱਕੀਆਂ ਜਾਂ ਫਿਰ ਉਹਨੂੰ ਦੁਬਾਰਾ ਪੈਸੇ ਭਰਨੇ, ਐਸਾ ਕੁਝ ਨਹੀਂ ਹੁੰਦਾ ਹੈਗਾ। ਵੀਜ਼ਾ ਅਫਸਰ ਨੇ ਇੱਕ ਬੱਚੇ ਨੂੰ ਮੌਕਾ ਦਿੰਦੇ ਵੀ ਠੀਕ ਹੈ ਜੀ ਤੁਹਾਨੂੰ 28 ਦਿਨ ਦੇ ਵਿੱਚ ਸਾਨੂੰ ਨਵੀਆਂ ਸੀਓਈਜ਼ ਜਾਂ ਡੈਫਰਡ ਸੀਓਈ ਸਾਨੂੰ ਪ੍ਰੋਵਾਈਡ ਕਰੋ ਤੇ ਉਹ ਬੱਚਾ ਫਿਰ ਰਿਕੁਐਸਟ ਕਰੇਗਾ ਅਗਰ ਡਾਇਰੈਕਟ ਵੀ ਫਾਈਲ ਲਗਾਈ ਆ ਦੁਬਾਰਾ ਜਦੋਂ ਸੀ ਰੀਇਸ਼ੂ ਹੋ ਜਾਣੀ ਉਦੋਂ ਕਿਵੇਂ ਦੁੱਧ ਦਿੱਤਾ ਹੋ ਜਾਊਗਾ ਬੱਚਾ, ਯੂਨੀਵਰਸਿਟੀ ਕਿਵੇਂ ਦੁੱਧ ਧੋਤੀ ਹੋ ਜਾਊਗੀ? ਨਹੀਂ, ਉਹਦਾ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜਿਹੜੀ ਯੂਨੀਵਰਸਿਟੀ ਨੇ ਸੀਓਈਜ਼ ਕੈਂਸਲ ਕੀਤੀਆਂ ਸੀ ਡਿਪਾਰਟਮੈਂਟ ਦੇ ਇੱਕ ਡਾਇਰੈਕਸ਼ਨ ਤੇ ਕੀਤੀਆਂ ਸੀਗੀਆਂ ਵੀ ਵੀ ਦੇ ਵਰ ਨਾਟ ਹੈਪੀ ਵਿਦ ਦ ਥਿੰਗਸ ਦੇ ਵਰ ਵਰਕਿੰਗ, ਤੇ ਉਹਨਾਂ ਨੇ ਥੋੜੀ ਜਿਹੀ ਚੇਂਜਸ ਜਾ ਕੇ ਵੀ ਜਿਹੜੀਆਂ ਫਾਈਲਾਂ ਐਮਬੈਸੀ 'ਚ ਲੱਗੀਆਂ ਹੋਈਆਂ ਸੀ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਹੈ ਵੀ ਤਾਂ ਕਿ ਉਹ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਏ ਕਿਸੇ ਵੀ ਤਰੀਕੇ ਨਾਲ। ਵੀ ਇਹ ਇੱਕ ਜੀਟੀ ਦਾ ਲਾਇਸੈਂਸ ਜਿਹੜਾ ਐਸਵੀਪੀ ਦਾ ਲਾਇਸੈਂਸ ਹੈਗਾ ਯੂਨੀਵਰਸਿਟੀ ਆਫ ਕੈਨਬਰਾ ਦਾ, ਉਹ ਉਹਨਾਂ ਕੋਲ ਹੈਗਾ। ਇਹ ਤਾਂ ਹੈ ਨਹੀਂ ਵੀ ਉਹਦਾ ਲਾਇਸੈਂਸ ਛਿਨ ਲਿਆ ਸੀਗਾ ਜਾਂ ਕੋਈ ਕੈਂਸਲ ਕਰਤਾ ਸੀ ਜਾਂ ਕੋਈ ਪ੍ਰੋਬਲਮ ਕਰਤੀ ਸੀ, ਐਸਾ ਕੁਝ ਨਹੀਂ ਹੈਗਾ। ਇੱਕ ਸਿੰਪਲ ਜੀ ਗੱਲ ਹੈ ਵੀ ਉਹਨਾਂ ਨੂੰ ਹੋਲਡ ਕਰਤਾ ਸੀਗਾ, ਫਰੀਜ਼ ਕਰਤੀਆਂ ਸੀ ਸੀਓਈਜ਼, ਜੋ ਕਿ ਹੁਣ 5-7 ਦਿਨਾਂ ਬਾਅਦ ਜਦੋਂ ਉਹਨਾਂ ਨੇ ਦੁਬਾਰਾ ਮੀਟਿੰਗਸ ਹੋਈਆਂ ਸਭ ਕੁਝ ਹੋਇਆ ਉਹ ਰੀਇਨਸਟੇਟ ਕਰਤੀਆਂ। ਇਸ ਕਰਕੇ ਜਿਨ੍ਹਾਂ ਦੀ ਵੀ ਫਾਈਲ ਯੂਨੀਵਰਸਿਟੀ ਕੈਨਬਰਾ 'ਚ ਲੱਗੀਆਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਬੇਸ਼ੱਕ ਉਹਨਾਂ ਦੀ ਕਲਾਸਾਂ ਨਿਕਲ ਗਈਆਂ ਹੋਣ, ਬੇਸ਼ੱਕ ਉਹਨਾਂ ਦੀ ਬੈਂਡ 5 ਹੋਣ, 1 'ਚ 4 ਵੀ ਬੈਂਡ ਹੋਣ ਜਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਫਾਈਲ ਲੱਗੀ ਹੈ, ਅਗਰ ਉਹਨਾਂ ਦਾ ਵੀਜ਼ਾ ਐਮਬੈਸੀ ਨੇ ਵੀਜ਼ਾ ਅਫਸਰ ਨੇ ਦੇਣਾ ਹੈ, ਯੂਨੀਵਰਸਿਟੀ ਆਫ ਕੈਨਬਰਾ ਦੀ ਸੀਓਈ ਫਰੀਜ਼ ਹੋਣ ਦੇ ਕਾਰਨ ਕੋਈ ਵੀ ਪ੍ਰੋਬਲਮ ਨਹੀਂ ਆਏਗੀ, ਕੋਈ ਵੀਜ਼ਾ ਰਿਜੈਕਟ ਨਹੀਂ ਹੋ ਸਕਦਾ ਉਸ ਬੇਸ। ਆਉਣ ਵਾਲੇ ਫਿਊਚਰ 'ਚ ਜਾਂ ਇਹਨਾਂ ਐਪਲੀਕੇਸ਼ਨਾਂ 'ਚ ਜਾਂ ਆਫਰ ਵਾਲੀਆਂ 'ਚ ਜਿਹੜੀਆਂ ਹਲੇ ਲੱਗਣੀਆਂ ਐਮਬੈਸੀ 'ਚ ਕੋਈ ਡਾਕੂਮੈਂਟਸ ਦੀ ਵਾਧੂ ਡਾਕੂਮੈਂਟਸ ਦੀ ਵੀ ਡਿਮਾਂਡ ਕੀਤੀ ਜਾ ਰਹੀ ਹੈ? ਦੇਖੋ ਜ਼ਿਆਦਾਤਰ ਸਟੇਟਮੈਂਟ ਆਫ ਪਰਪਸ ਦਾ ਇੱਕ ਬਹੁਤ ਵੱਡਾ ਇੱਕ ਬਣਿਆ ਤਾਂ ਈ ਵੀਜ਼ਾ ਹੀ ਹੋਊਗੀ, ਪੇਪਰ ਤਾਂ ਜਾਂਦੀ ਹੋਣੀ ਹੈ। ਨਹੀਂ, ਸਟੇਟਮੈਂਟ ਆਫ ਪਰਪਸ, ਈ ਵੀਜ਼ਾ, ਪੇਪਰ ਵੀਜ਼ਾ ਜੋ ਵੀ ਹੈਗਾ ਦੋਨੋਂ ਕੈਟਾਗਰੀਜ਼ ਵਿੱਚ ਡਾਕੂਮੈਂਟੇਸ਼ਨ ਤਾਂ ਆਲਮੋਸਟ ਸੇਮ ਹੀ ਰਹਿੰਦੀ ਹੈ, ਕੋਈ ਇੰਨਾ ਫਰਕ ਨਹੀਂ ਹੁੰਦਾ ਹੈਗਾ। ਬਟ ਇਸ ਤੋਂ ਇਲਾਵਾ ਇੱਕ ਜਿਹੜੀ ਐਮਬੈਸੀ ਇਸ ਟਾਈਮ ਥੋੜਾ ਜਿਹਾ ਨਵਾਂ ਡਾਕੂਮੈਂਟ ਮੰਗਣਾ ਸ਼ੁਰੂ ਕੀਤਾ ਹੈ ਰੀਸੈਂਟਲੀ ਇਨ ਦ ਲਾਸਟ ਫਿਊ ਵੀਕਸ, ਦੈਟ ਇਜ਼ CV, ਵੀ ਬੱਚੇ ਦਾ ਇੱਕ ਰਿਜ਼ਿਊਮ ਜਿਹਨੂੰ ਆਪਾਂ ਕਹਿੰਦੇ ਆ ਵੀ ਰਿਜ਼ਿਊਮ ਜ਼ਰੂਰ ਮੰਗ ਰਹੀ ਹੈ ਵੀ ਕਿਸ ਟਾਈਮ ਕਿਆ ਕੀਤਾ ਬੱਚੇ ਨੇ, ਵੀ ਉਹ ਚੀਜ਼ਾਂ ਦਾ, ਕਿਉਂਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਉਂਦੇ ਹਾਂ ਉਹਦੇ ਚ ਕੁਆਲੀਫਿਕੇਸ਼ਨ ਤਾਂ ਲਿਖੀ ਜਾਂਦੀ ਹੈ। ਮੈਂਸ਼ਨ ਕਰਦੇ ਨਹੀਂ, ਸੀਓਈ ਐਸਾ ਕੁਝ ਰਿਜ਼ਿਊਮ ਵੱਖਰਾ ਜਾ, ਹਾਂ ਰਿਜ਼ਿਊਮ ਹਜੇ ਤੱਕ ਜਿਵੇਂ SOP ਹੈਗਾ, SOP ਦੇ ਵਿੱਚ ਵੀ ਇੱਕ ਤਰ੍ਹਾਂ ਦਾ ਰਿਜ਼ਿਊਮ ਟਾਈਪ ਹੋਗਾ ਵੀ ਬੱਚਾ ਐਕਸਪਲੇਨ ਕਰਦਾ ਮੈंने ਇਹ ਕੀਤਾ, ਫਿਰ ਮੈਂ ਇਹ ਕੀਤਾ, ਫਿਰ ਮੈਂ ਕਰਨ ਜਾ ਰਿਹਾ। ਬਟ ਇੱਕ ਰਿਜ਼ਿਊਮ ਇੱਕ ਹੋਰ ਚੀਜ਼ ਆ ਜਾਂਦੀ ਵੀ ਬੱਚੇ ਦਾ ਵੀ ਕੀ ਕੁਆਲੀਫਿਕੇਸ਼ਨ ਕਿਹੜੇ ਟਾਈਮ ਤੇ ਕੀਤੀ ਸੀ ਤੇ ਕੀ ਵਰਕ ਐਕਸਪੀਰੀਅੰਸ ਹੈ, ਉਹ ਇੱਕ ਸਮਰੀ ਜੀ ਬਣ ਜਾਂਦੀ ਹੈ ਵੀ ਉਹ ਥੋੜਾ ਜਿਹਾ ਵੀਜ਼ਾ ਅਫਸਰ ਨੂੰ ਹੋ ਥੋੜਾ ਜਿਹਾ ਈਜ਼ੀ ਲੱਗਦਾ ਵੀ ਉਹਨੂੰ ਮੈਨੇਜ ਕਰਨਾ ਤੇ ਉਹਨੂੰ ਦੇਖਣਾ। ਬਾਕੀ ਡਾਕੂਮੈਂਟਸ ਦੀ ਬਾਕੀ ਸਾਰਾ ਸੇਮ ਹੈਗਾ। ਬਾਕੀ 573 ਦੀ ਇੱਕ ਮੈਂ ਚੀਜ਼ ਹੋਰ ਦੱਸਣਾ ਚਾਹੂੰਗਾ ਵੀ ਕਾਫੀ ਬੱਚੇ ਮਾਸਟਰਸ ਕਰਨ ਵਾਸਤੇ ਜਾਣਾ ਚਾਹੁੰਦੇ ਨੇ ਵੀ ਗ੍ਰੈਜੂਏਸ਼ਨ ਇੰਡੀਆ ਕੀਤੀ ਹੋਈ ਹੁੰਦੀ ਹੈ ਤੇ ਕਾਫੀ ਬੱਚੇ ਕਹਿੰਦੇ ਨੇ ਵੀ ਸਾਡਾ ਜਿਵੇਂ ਐਜ਼ੀ ਨਾ ਲੱਗੇ ਜਾਂ ਘੱਟ ਲੱਗੇ। ਹੁਣ ਜਿਹੜੇ ਬੱਚਿਆਂ ਨੇ 6 ਬੈਂਡ ਹੈਗੇ ਨੇ, 5.5 ਤੋਂ ਘੱਟ ਨਹੀਂ ਹੈਗੇ ਜਿਨ੍ਹਾਂ ਦੇ ਬੈਂਡ, ਉਹਨਾਂ ਨੂੰ ਐਜ਼ੀ ਕੋਰਸ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੇ। ਸਿਡਨੀ ਤੇ ਮੈਲਬਨ 2 ਲੋਕੇਸ਼ਨਸ ਹੈ। ਮਾਸਟਰ ਵਾਲਿਆਂ ਨੂੰ ਕਿੰਨੇ ਤੋਂ ਲੱਗਣੀ ਹੈ ਐਲੀ? ਸੌਰੀ, ਸਿਡਨੀ, ਮੈਲਬਨ, ਬ੍ਰਿਸਬੇਨ, ਇਹ 3 ਲੋਕੇਸ਼ਨਸ ਤੇ ਇਸ ਟਾਈਮ ਤੇ ਆਰਾਮ ਨਾਲ ਆਫਰ ਲੈਟਰ ਆ ਰਹੀ ਹੈ ਬਿਨਾਂ ਕਿਸੇ ਟੈਨਸ਼ਨ ਦੇ। 6 ਬੈਂਡ ਦੀ ਰਿਕੁਆਇਰਮੈਂਟ ਹੈ, 5.5 ਤੋਂ ਘੱਟ ਨਹੀਂ ਹੋਣੇ ਚਾਹੀਦੇ। ਬਟ ਜਨਰਲ ਰਿਕੁਆਇਰਮੈਂਟ ਕੁਝ ਯੂਨੀਵਰਸਿਟੀ ਦੀ ਐਸੀ ਹੈ ਵੀ 5.5 ਓਵਰਆਲ ਹੋਣੇ ਚਾਹੀਦੇ ਨੇ। ਅਗਰ ਐਜ਼ੀ ਕੋਰਸ ਦੇ ਨਾਲ ਵੀ ਤੁਸੀਂ ਐਡਮਿਸ਼ਨ ਲੈਣੀ ਹੈ ਤਾਂ 5.5 ਚਾਹੀਦੇ ਨੇ, 5 ਤੋਂ ਘੱਟ ਨਹੀਂ ਹੋਣੇ ਚਾਹੀਦੇ। ਅਗਰ ਇਹ ਵੀ ਹੈਗੇ ਅਗਰ 5.5 ਬੈਂਡ ਹੈ ਬੱਚੇ ਨੇ, 5 ਤੋਂ ਘੱਟ ਨਹੀਂ, ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ 10 ਵੀਕ ਦੇ ਐਜ਼ੀ ਕੋਰਸ ਨਾਲ ਵੀ ਬੱਚਾ ਲੈ ਕੇ ਵੀ ਐਜ਼ੀ ਕੋਰਸ ਲੈ ਕੇ ਵੀ ਉਹ ਐਡਮਿਸ਼ਨ ਲੈ ਸਕਦਾ ਤੇ ਉਹਨੂੰ ਵੀਜ਼ਾ ਆਰਾਮ ਨਾਲ ਮਿਲੇਗਾ। ਤੇ ਅਦਰਵਾਈਜ਼ ਅਗਰ ਬੱਚੇ ਦੇ 5.5 ਬੈਂਡ ਨਹੀਂ ਆ, 5 ਬੈਂਡ ਹੈਗਾ ਜਾਂ 4.5 ਬੈਂਡ ਵੀ ਹੈਗੇ ਨੇ, ਗ੍ਰੈਜੂਏਸ਼ਨ ਕੀਤੀ ਹੈ 4.5 ਬੈਂਡ ਹੈ, ਐਸੇ ਬੱਚਿਆਂ ਨੂੰ ਫਿਰ ਐਜ਼ੀ ਕੋਰਸ ਦੇ ਨਾਲ ਹੀ ਜਾਣਾ ਚਾਹੀਦਾ। 6.5 ਔਰ ਜਿਹੜੇ +2 ਵਾਲੇ ਨੇ, ਕਿਸੇ ਦੇ 6 ਆ ਗਏ, ਇੱਕ 'ਚ 5 ਆ ਗਏ, ਇੱਕ 'ਚ 4 ਆ ਗਏ, 4.5 ਆ ਗਏ, ਜਿਹੜੇ 4 ਨੇ ਜਾਂ 4.5 ਨੇ ਪਰ ਓਵਰਆਲ 5 ਹੈ, ਇਹਨਾਂ ਨੂੰ ਨੈਗੇਟਿਵ ਗਿਣਿਆ ਜਾਊਗਾ? ਹੁਣ ਨਹੀਂ, ਨੈਗੇਟਿਵ ਦੇਖੋ ਫਿਲਹਾਲ ਇੱਕ ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਅੱਜ ਤੱਕ ਇਹੀ ਅਸੀਂ ਕਹਿ ਰਹੇ ਹਾਂ ਵੀ
ਐਜ਼ ਈ ਕੋਰਸ ਦੇ ਨਾਲ ਵੀਜ਼ਾ ਤੇ ਸਕਸੈਸ ਰੇਟ ਤੇ ਕੋਈ ਫਰਕ ਨਹੀਂ ਪੈਂਦਾ ਹੈ। ਇਟਸ ਵਨ ਐਂਡ ਦ ਸੇਮ ਥਿੰਗ। ਅਗਰ ਬੱਚੇ ਦੇ 4.5 ਬੈਂਡ ਵੀ ਹੈਗੇ ਨੇ, SVP ਦੇ ਵਿੱਚ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਆਈਲੈਟਸ ਦੀ ਰਿਕੁਆਇਰਮੈਂਟ ਨਹੀਂ ਹੈਗੀ, ਤੇ ਯੂਨੀਵਰਸਿਟੀ ਦੇਖਦੀ ਹੈ ਵੀ 4.5 ਬੈਂਡ ਹੈਗੇ, ਰਿਕੁਆਇਰਮੈਂਟ 6.5 ਬੈਂਡ ਦੀ ਹੈ, ਕੋਈ ਅਪਰੋਕਸੀਮੇਟਲੀ 40 ਹਫਤੇ ਦਾ 35-40 ਹਫਤੇ ਦਾ ਐਜ਼ ਈ ਕੋਰਸ ਲੱਗਦਾ ਇਸ ਕੇਸ 'ਚ, ਤੇ 35-40 ਹਫਤੇ ਦੇ ਐਜ਼ ਈ ਕੋਰਸ ਦੇ ਨਾਲ ਵੀ ਅਗਰ GT ਰਿਕੁਆਇਰਮੈਂਟ ਬੰਦਾ ਅਦਰਵਾਈਜ਼ ਫੁਲਫਿਲ ਕਰ ਰਿਹਾ, ਵੀ ਗੈਪ ਨਹੀਂ ਹੈਗਾ, ਫੰਡਸ ਬੱਚੇ ਦੇ ਠੀਕ ਨੇ, ਤੇ ਬਾਕੀ ਕੋਈ ਰਿਜੈਕਸ਼ਨ ਨਹੀਂ ਹੈ, ਕੁਝ ਨਹੀਂ ਹੈ, ਉਸ ਬੇਸ ਤੇ ਵੀ ਵੀਜ਼ਾ ਲੱਗੇਗਾ ਬੱਚੇ ਦਾ, ਉਹਦਾ ਵੀਜ਼ਾ ਨਹੀਂ ਰੁਕ ਸਕਦਾ ਐਜ਼ ਈ ਕੋਰਸ ਦੇ ਬੇਸ ਤੇ। ਬਿਲਕੁਲ ਨਾ ਡਰਨ, ਵੀਜ਼ਾ ਲੱਗੇਗਾ ਹੀ ਲੱਗੇਗਾ, ਉਹਦਾ ਕੋਈ ਕਾਰਨ ਨਹੀਂ। ਐਜ਼ ਈ ਕੋਰਸ ਦੇ ਨਾਲ ਜ਼ਿਆਦਾ ਲੱਗਣ ਨਾਲ ਕਦੇ ਵੀਜ਼ਾ ਰਿਜੈਕਟ ਨਹੀਂ ਇਹ ਵੀ ਸੁਣਨ ਚ ਆ ਰਿਹਾ ਕਿ ਐਲੀ ਕੋਰਸ ਘਟਾਉਣ ਜਾ ਰਹੀ ਹੈ, ਤੁਸੀਂ ਕਿ 30-35 ਹਫਤੇ ਹੈ ਪ੍ਰੋਵੀਜ਼ਨ ਹੈ 30-35 ਹਫਤਿਆਂ ਦੀ ਹਲੇ ਵੀ ਹਜੇ ਵੀ ਹੈਗੀ ਹੈ ਜੀ। ਬਿਲਕੁਲ ਐਸਾ ਕੁਝ ਨਹੀਂ ਹੈਗਾ। ਲਾਈਕ ਯੂਨੀਵਰਸਿਟੀ ਆਫ ਕੈਨਬਰਾ ਨੇ ਥੋੜਾ ਜਿਹਾ GT ਦੇ ਚੱਕਰ 'ਚ ਕੀਤਾ ਸੀਗਾ ਵੀ, ਕਿਉਂਕਿ ਯੂਨੀਵਰਸਿਟੀ ਆਫ ਕੈਨਬਰਾ 'ਚ ਕਾਫੀ ਕੁਝ ਕਾਲਜਿਸ ਐਸੇ ਸੀਗੇ ਜਿਹੜੇ ਵੀ, ਜਿਵੇਂ 2010 'ਚ ਕਿਸੇ ਨੇ +2 ਕੀਤੀ ਹੈ, ਵਿੱਚ ਵਰਕ ਐਕਸਪੀਰੀਅੰਸ ਲੱਗਿਆ ਹੈ, 5 ਬੈਂਡ ਹੈ, ਕਿਸੇ 'ਚ 4 ਹੈ, ਉਹਨਾਂ ਨੂੰ ਐਡਮਿਸ਼ਨ ਮਿਲ ਰਹੀ ਸੀਗੀ, ਫਿਰ ਕਿਸੇ ਨੇ ਕੰਪਿਊਟਰ ਸਰਟੀਫਿਕੇਟ ਕੁਝ ਵੀ ਲਗਾ ਐਗਜ਼ੈਕਟਲੀ ਵੀ ਗੈਪ ਵਗੈਰਾ। ਹੁਣ ਸਾਰਾ ਵੀ ਜੋ ਆਉਣ ਵਾਲੇ ਟਾਈਮ 'ਚ ਹੋਏਗਾ, ਜ਼ਿਆਦਾਤਰ ਯੂਨੀਵਰਸਿਟੀਜ਼ ਉਹੀ ਕਰਨਗੀਆਂ ਵੀ ਜਿਨ੍ਹਾਂ ਦਾ ਗੈਪ ਹੈਗਾ, ਜਿਵੇਂ ਸਪੋਜ਼ ਕਰੋ 1 ਸਾਲ ਤੱਕ ਦਾ ਗੈਪ, ਜਿਵੇਂ ਹੁਣ 2013 'ਚ ਜਿਨ੍ਹਾਂ ਨੇ +2 ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ, ਉਹਨੂੰ ਕੋਈ ਇੰਨਾ ਕੰਸੀਡਰ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ ਜਿਨ੍ਹਾਂ ਨੇ 2012 'ਚ ਲਾਸਟ ਗ੍ਰੈਜੂਏਸ਼ਨ ਕੀਤੀ ਹੈ, ਉਹਨਾਂ ਦੇ ਵਿੱਚ ਪ੍ਰੋਬਲਮਸ ਆਉਣਗੀਆਂ। ਇਹ ਹੌਲੀ ਕਰਕੇ ਜ਼ਿਆਦਾਤਰ ਯੂਨੀਵਰਸਿਟੀਜ਼ ਉਹਨੂੰ ਲਾਈਕ ਟਾਈਟ ਕਰਦੀ ਰਹਿਣਗੀਆਂ ਪੋਜੀਸ਼ਨ। ਜਿਨ੍ਹਾਂ ਦਾ ਹੁਣ ਗੈਪ ਹੈ ਉਹ ਕੀ ਕਰਨਗੇ? ਤੇ ਜਿਨ੍ਹਾਂ ਦਾ ਹੁਣ ਗੈਪ ਹੈਗਾ ਨਾ, ਮੈਂ ਰਿਕਮੈਂਡ ਨਹੀਂ ਕਰਦਾ ਵੀ ਅਗਰ 2013 ਤੋਂ ਬਾਅਦ ਤੁਹਾਡੀ ਕੁਆਲੀਫਿਕੇਸ਼ਨ ਹੈਗੀ ਹੈ, ਜਾਂ ਫਿਰ ਤੁਹਾਡਾ ਕੋਈ ਵਰਕ ਐਕਸਪੀਰੀਅੰਸ ਵਿੱਚ ਨਹੀਂ ਹੈਗਾ ਜੈਨੂਨ, ਜਾਂ ਕੋਈ ਜੈਨੂਨ ਤੁਸੀਂ ਕੁਝ ਨਹੀਂ ਕੀਤਾ, ਦੁਕਾਨਦਾਰੀ ਕੁਝ ਤਾਂ ਹੋਵੇ। ਹਾਂ, ਲਾਈਕ ਅਗਰ ਜ਼ਿਆਦਾ ਨਹੀਂ, ਅਗਰ ਹੋਰ ਨਹੀਂ ਤਾਂ ਅਗਰ ਬੱਚੇ ਅਗਰ ਆਪਣੇ ਪੇਰੈਂਟਸ ਨਾਲ ਹੀ ਦਿਖਾ ਦੇਣ ਵੀ ਅਸੀਂ ਪੇਰੈਂਟਸ ਦੇ ਨਾਲ ਫਾਰਮਿੰਗ ਦਾ ਕੁਝ ਕਰਦੇ ਸੀਗੇ, ਜਾਂ ਫਿਰ ਆਪਣਾ ਕੋਈ ਦੁਕਾਨ ਤੇ ਬੈਠਦੇ ਸੀਗੇ, ਉਹ ਵੀ ਬੈਟਰ ਹੈ, ਉਹ ਜ਼ਿਆਦਾ ਬੈਟਰ ਹੈ ਬਜਾਏ ਕਿ ਕਿਤੋਂ ਬਾਹਰੋਂ ਕੰਪਿਊਟਰ ਸਰਟੀਫਿਕੇਟ ਦਿਖਾਉਂਦੇ ਜਾਂ ਫਿਰ ਬਾਕੀ ਕੁਝ ਹੋਰ ਚੀਜ਼ਾਂ ਦਿਖਾਉਂਦੇ। ਔਰ ਇਹਨਾਂ ਦੇ ਨਾਲ ਸਪਾਊਸ ਕੇਸਾਂ ਦਾ ਕੀ ਸਟੇਟਸ ਹੈ ਇਸ ਵਕਤ? ਸਪਾਊਸ ਕੇਸਿਸ ਵਿੱਚ ਇਸ ਟਾਈਮ ਜੋ ਚੱਲ ਰਿਹਾ ਹੈ, ਉਹਦੇ ਵਿੱਚ ਇਹ ਵੀ ਬਹੁਤ ਜ਼ਿਆਦਾ ਵੈਰੀਫਿਕੇਸ਼ਨ ਹੈ ਚੀਜ਼ ਦੀ ਵੀ, ਫੇਕ ਮੈਰਿजेस ਬਹੁਤ ਜ਼ਿਆਦਾ ਹੋ ਰਹੀਆਂ, ਕਾਫੀ ਕੰਟਰੈਕਟ ਮੈਰਿजेस ਬਹੁਤ ਜ਼ਿਆਦਾ ਹੋ ਰਹੀਆਂ ਪੰਜਾਬ 'ਚ। ਇਹੀ ਚੀਜ਼ਾਂ ਜਿਹੜੀਆਂ ਸਾਡੇ ਪੰਜਾਬ ਨੂੰ ਨਾਮ ਖਰਾਬ ਕਰਦੀਆਂ ਪੰਜਾਬ ਦਾ, ਤੇ ਵੀ ਫੇਕ ਮੈਰਿजेस ਜਿਵੇਂ ਵੀਜ਼ੇ ਖੁੱਲਦੇ ਨੇ, ਸਭ ਤੋਂ ਪਹਿਲਾਂ ਤਾਂ ਫੇਕ ਮੈਰਿजेस ਸ਼ੁਰੂ ਹੋ ਜਾਂਦੀਆਂ, ਖਾਸ ਕਰ ਆਸਟ੍ਰੇਲੀਆ 'ਚ, ਕਿਉਂਕਿ ਇਹਦੇ ਵਿੱਚ ਕੈਨੇਡਾ ਹੈ ਨਹੀਂ। ਐਗਜ਼ੈਕਟਲੀ। ਨਿਊਜ਼ੀਲੈਂਡ 'ਚ ਵੀ ਥੋੜਾ ਜਿਹਾ ਮੁਸ਼ਕਿਲ ਟਾਈਮ ਜਾਂਦਾ ਹੈ, ਲੈਵਲ 8 'ਚ ਆਣਾ, ਇੱਥੇ +2 ਕੀਤੀ ਹੈ, ਬੱਚੇ ਨੂੰ ਵਿਆਹ ਕਰਾ ਕੇ ਚਲੋ ਜੀ ਆਸਟ੍ਰੇਲੀਆ ਦਾ, ਇੱਕ ਉਹ ਵਾਲਾ ਸੀਨ ਸ਼ੁਰੂ ਹੋ ਜਾਂਦਾ ਹੈ। ਤੇ ਇਹੀ ਚੀਜ਼ਾਂ ਫਿਰ ਜੈਨੂਨ ਜਿਹੜੇ ਕੇਸਿਸ ਹੁੰਦੇ ਨੇ, ਉਹਨਾਂ ਦੇ ਇਫੈਕਟ ਪੈਣਾ ਸ਼ੁਰੂ, ਉਹਨਾਂ ਨੂੰ ਵੀ ਐਮਬੈਸੀ ਫਿਰ ਉਹਨੂੰ ਧਿਆਨ ਨਾਲ ਦੇਖਦੀ ਹੈ ਵੀ ਨਹੀਂ ਯਾਰ ਇਹ ਵੀ ਸ਼ਾਇਦ ਡੁਪਲੀਕੇਟ ਨਾ ਹੋਏ। ਤੇ ਮੈਂ ਇਹੀ ਰਿਕਮੈਂਡ ਕਰੂੰਗਾ ਸਪਾਊਸ ਕੇਸਿਸ ਵਿੱਚ ਵੀ ਮੇਨ ਮੈਰਿਜ ਤੁਹਾਡੀ ਜੈਨੂਨ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਫੋਟੋਗ੍ਰਾਫਸ ਪ੍ਰੂਫਸ ਹੋਣੇ ਚਾਹੀਦੇ ਨੇ, ਪ੍ਰੋਪਰ ਮੈਰਿਜ ਦੇ ਸਾਰੇ ਪ੍ਰੂਫਸ ਹੋਣ। ਅਗਰ ਤੁਹਾਡੇ ਕੋਲ ਪ੍ਰੂਫਸ ਹੈਗੇ ਨੇ, ਪਲੱਸ ਇਨ ਦਾ ਮੀਨ ਵਾਈਲ ਵੀ ਜਦੋਂ ਤੁਹਾਡੇ ਵਾਈਫ ਜਾਂ ਹਸਬੈਂਡ ਤੁਹਾਡੇ ਆਈਲੈਟਸ ਕਰ ਰਹੇ ਨੇ, ਜਿਹੜੇ ਮੇਨ ਐਪਲੀਕੈਂਟ, ਜਿਹੜੇ ਸਪਾਊਸ ਨੇ ਨਾਲ ਜਾਣਾ ਹੈ, ਅਗਰ ਤੋਂ ਮੁੰਡਾ ਐਪਲੀਕੈਂਟ ਮੇਨ ਹੈਗਾ ਤੇ ਕੁੜੀ ਨੇ ਉਹਦੇ ਨਾਲ ਜਾਣਾ ਹੈਗਾ ਵੀ ਠੀਕ ਹੈ, ਮੇਨ ਲੜਕਾ ਅਗਰ ਸਟੂਡੈਂਟ ਹੈਗਾ ਤੇ ਲੜਕੀ ਨੇ ਨਾਲ ਜਾਣਾ ਉਹਦੇ, ਫਿਰ ਇੰਨਾ ਕੋਈ ਵੱਡਾ ਮੈਟਰ ਨਹੀਂ ਹੈਗਾ। ਜ਼ਿਆਦਾਤਰ ਕੋਈ ਜ਼ਿਆਦਾ ਐਮਬੈਸੀ ਬਹੁਤ ਜ਼ਿਆਦਾ ਧਿਆਨ ਨਾਲ ਨਹੀਂ ਜਾਂਦੀ ਹੈਗੀ, ਜ਼ਿਆਦਾ ਡੀਪ ਨਹੀਂ ਜਾਂਦੀ। ਬਟ ਜਿੱਥੇ ਲੜਕੀ ਐਪਲੀਕੈਂਟ ਹੈ ਤੇ ਲੜਕੇ ਨੇ ਨਾਲ ਜਾਣਾ ਹੈ, ਐਸੇ ਕੇਸਿਸ ਵਿੱਚ ਬਹੁਤ ਧਿਆਨ ਨਾਲ ਫਾਈਲ ਦਿਖਾਓ। ਹਸਬੈਂਡ ਜਿਹੜੇ ਹੈਗੇ ਨੇ ਉਹਨਾਂ ਦੀ ਇਨਕਮ ਦਿਖਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਅੱਜ ਕੱਲ੍ਹ ਫਾਈਲਸ ਦੇ ਵਿੱਚ। +2 ਵਾਲਾ ਇਨਕਮ ਤੁਹਾਨੂੰ ਲੱਗਦਾ ਕਿ ਬਹੁਤ ਛੋਟੀ ਉਮਰ ਦੇ ਹੁੰਦੇ ਨੇ ਜਿਹੜੇ ਨਹੀਂ, +2 ਵਾਲੇ ਦੇਖੋ ਬਹੁਤ ਜ਼ਿਆਦਾ ਸਕਸੈਸ ਨਹੀਂ, ਤੁੱਕਿਆ ਦੀ ਗੱਲ ਹੈਗੀ ਹੈ ਵੀ ਅਪਰੋਕਸੀਮੇਟਲੀ ਲਾਈਕ ਪਿਛਲੇ 1.5-2 ਸਾਲਾਂ 'ਚ ਵੀ ਅਪਰੋਕਸੀਮੇਟਲੀ 50% ਸਕਸੈਸ ਰੇਟ ਰਿਹਾ +2 ਦੇ ਬੱਚਿਆਂ ਦਾ ਜਿਨ੍ਹਾਂ ਨੇ ਸਪਾਊਸ ਕੇਸ ਅਪਲਾਈ ਕੀਤਾ। ਗ੍ਰੈਜੂਏਸ਼ਨ ਦਾ ਸਕਸੈਸ ਰੇਟ ਹਾਈ ਹੈ, ਬੇਸ਼ੱਕ 5 ਬੈਂਡ ਹੈ ਜਾਂ 5.5 ਬੈਂਡ ਹੈ, ਉਹਦਾ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਐਲੀ ਕੋਰਸ ਲੱਗੇਗਾ, ਉਹਨੂੰ ਕਵਰ ਕਰਨ ਵਾਸਤੇ ਐਲੀ ਕੋਰਸ ਹੈਗਾ, ਤੇ ਇਸ ਕਰਕੇ ਵੀ 5 ਬੈਂਡ ਹੋਣ 5.5 ਬੈਂਡ ਹੋਣ, ਗ੍ਰੈਜੂਏਸ਼ਨ ਹੋਏ। ਰੀਸੈਂਟ ਦਾ ਕੋਈ ਚੱਕਰ ਤਾਂ ਨਹੀਂ ਪਾਇਆ ਕਿ ਜਿਹੜੀ ਮੈਰਿਜ? ਰੀਸੈਂਟ ਦਾ ਕੋਈ ਇਸ਼ੂ ਨਹੀਂ ਹੈਗਾ। ਮੇਨ ਇਸ਼ੂ ਇਹੀ ਹੈ ਵੀ ਮੈਰਿਜ ਜੈਨੂਨ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਫੋਟੋਗ੍ਰਾਫਸ ਹੋਣੀਆਂ ਚਾਹੀਦੀਆਂ, ਸਭ ਕੁਝ ਸਹੀ ਹੋਣਾ ਚਾਹੀਦਾ ਹੈ, ਉਹ ਚੀਜ਼ਾਂ ਰਿਕੁਆਇਰਮੈਂਟ ਹੈ। ਕਾਫੀ ਕੇਸਿਸ 'ਚ ਵੀ ਫੇਕ ਡਾਕੂਮੈਂਟਸ ਦੇ ਚੱਕਰ 'ਚ ਲੋਕਾਂ ਦੇ ਘਰ ਤੱਕ ਗਏ ਨੇ ਚੈੱਕ ਕਰਨ ਵਾਸਤੇ, ਆਸ ਪੜੋਸੀਆਂ ਨੂੰ ਵੀ ਪੁੱਛਿਆ ਜਾ ਕੇ ਵੀ ਇਹ ਮੁੰਡੇ ਦੇ ਇਹਦਾ ਤੇ ਵਿਆਹ ਕਿਦੋਂ ਹੋਇਆ, ਜਾਂ ਫਿਰ ਕੁੜੀ ਦੇ ਘਰ ਦੇ ਵਿੱਚ ਵੀ ਗਏ ਨੇ, ਉੱਥੇ ਵੀ ਆਸ ਪੜੋਸੀਆਂ ਨੇ ਪੁੱਛਿਆ ਵੀ ਮੈਰਿਜ ਹੋਈ ਹੈ ਕਿ ਨਹੀਂ ਹੋਈ। ਤੇ ਕਾਫੀ ਜਿਵੇਂ ਫੇਕ ਡਾਕੂਮੈਂਟਸ ਆਪਾਂ ਗੱਲ ਕਰੀਏ, ਜਿਵੇਂ ਗੁਰਦੁਆਰੇ ਤੱਕ ਗਏ ਨੇ ਵੀ ਚੈੱਕ ਕਰਨ ਵਾਸਤੇ ਵੀ ਬਾਕੀ ਇਹ ਡਾਕੂਮੈਂਟੇਸ਼ਨ ਸਹੀ ਹੈ ਕਿ ਨਹੀਂ ਹੈਗੇ, ਇਨਕਲੂਡਿੰਗ ਵੀ ਜਿਵੇਂ ਕੰਪਿਊਟਰ ਸਰਟੀਫਿਕੇਟ ਬੱਚੇ ਬਣਾ ਕੇ ਦਿਖਾ ਰਹੇ ਨੇ ਜਾਂ ਹੋਰ ਡਾਕੂਮੈਂਟ ਦਿਖਾ ਕੇ ਦੇ ਰਹੇ ਨੇ, ਉਹਦੇ ਵਿੱਚ ਵੀ ਇੰਪਲੋਇਰ ਤੱਕ ਕੋਲ ਜਾ ਕੇ ਵੈਰੀਫਿਕੇਸ਼ਨ ਹੋ ਰਹੀ ਹੈ ਵੀ ਇਹ ਜੈਨੂਨ ਹੈ ਕਿ ਨਹੀਂ, ਕਿਉਂਕਿ ਨਾਨ ਜੈਨੂਨ ਡਾਕੂਮੈਂਟ ਇੰਨਾ ਜ਼ਿਆਦਾ ਐਮਬੈਸੀ ਜਾ ਚੁੱਕਿਆ ਹੈ। ਤੇ ਇਹੀ ਚੀਜ਼ਾਂ ਜਿਹੜੇ ਇੱਕ ਜੈਨੂਨ ਸਟੂਡੈਂਟਸ ਉਹਨਾਂ ਦੀ ਵੀ ਪ੍ਰੋਬਲਮ ਕ੍ਰੀਏਟ ਕਰਨੀ ਸ਼ੁਰੂ ਕਰ ਦਿੰਦਾ। ਇਹੀ ਚੀਜ਼ਾਂ ਪ੍ਰੋਬਲਮ ਕ੍ਰੀਏਟ ਕਰਦਾ ਵੀ ਚੰਗੇ ਸਟੂਡੈਂਟਾਂ ਵਾਸਤੇ ਵੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਅੱਜ ਦੇ ਸ਼ੋਅ ਦਾ ਕੋਈ ਖਾਸ ਸੁਨੇਹਾ? ਮੈਂ ਤਾਂ ਇਹ ਕਹਿਣਾ ਚਾਹੂੰਗਾ ਬੱਚਿਆਂ ਨੂੰ ਵੀ ਜੋ ਵੀ ਤੁਸੀਂ ਅਪਲਾਈ ਕਰ ਰਹੇ ਹੋ, ਜਿਹੜੇ ਵੀ ਕੇਸ ਵਿੱਚ ਅਪਲਾਈ ਕਰ ਰਹੇ ਹੋ, ਮੇਨ ਚੀਜ਼ ਦਾ ਇਹ ਧਿਆਨ ਰੱਖੋ ਵੀ ਕੋਈ ਫੇਕ ਡਾਕੂਮੈਂਟ ਨਾ ਲਗਾਓ, ਕਿਉਂਕਿ ਜੇ ਬਾਈ ਚਾਂਸ ਵੈਸੇ ਅਗਰ ਕੋਈ ਤੁਹਾਡਾ ਡਾਕੂਮੈਂਟ ਸ਼ਾਰਟ ਰਹਿ ਜੇ, ਤੁਸੀਂ ਅਗਰ ਗੈਪ ਨਾ ਸ਼ੋ ਕਰੋ, ਉਹ ਜ਼ਿਆਦਾ ਬੈਟਰ ਹੈ ਬਜਾਏ ਕਿ ਕੋਈ ਫੇਕ ਡਾਕੂਮੈਂਟ ਲਗਾਉਣ ਦੇ। ਕਿਉਂਕਿ ਅਗਰ ਫੇਕ ਡਾਕੂਮੈਂਟ ਕੋਈ ਵੀ ਐਮਬੈਸੀ ਫੜ ਦਿੰਦੀ ਹੈ, ਅਗਰ ਉਹ ਪ੍ਰੂਵ ਹੋ ਜਾਂਦਾ ਹੈ ਉਹ ਫੇਕ ਡਾਕੂਮੈਂਟ, ਬੇਸ਼ੱਕ ਮੈਰਿਜ ਫੇਕ ਹੋਈ ਜਾਂ ਤੁਹਾਡਾ ਕੋਈ ਵੀ ਸਰਟੀਫਿਕੇਟ ਫੇਕ ਹੋਏ, ਵਰਕ ਐਕਸਪੀਰੀਅੰਸ ਫੇਕ ਹੋਏ, ਤੁਹਾਡੇ ਫੰਡਸ ਫੇਕ ਹੋਣ, ਤੇ ਤੁਹਾਡੇ 3 ਸਾਲ ਦਾ ਬੈਨ ਲੱਗ ਰਿਹਾ। ਇਸ ਟਾਈਮ ਐਮਬੈਸੀ 3 ਸਾਲ ਦਾ ਬੈਨ ਲਗਾ ਰਹੀ ਹੈ। ਉਹ ਬੈਨ ਕਹਿਣ ਨੂੰ 3 ਸਾਲ ਦਾ, ਟੈਕਨੀਕਲੀ ਵੀ ਦੁਬਾਰਾ ਵੀਜ਼ਾ ਮਿਲੇਗਾ ਨਹੀਂ। ਤੁਸੀਂ ਹੋਰ ਵੀ ਕਾਫੀ ਕੰਟਰੀਜ਼ ਜਿਹੜੇ ਕੀ ਲੰਡਨ
ਸਟੇਟਮੈਂਟ ਦੇ ਅੰਡਰ ਆਉਂਦੇ ਨੇ ਉਹ ਸਾਰੇ ਕੰਟਰੀਜ਼ ਉਹਨੂੰ ਬੈਨ ਕਰ ਦੇਣਗੇ ਤੇ ਇਸ ਕਰਕੇ ਬਹੁਤ ਧਿਆਨ ਨਾਲ ਫਾਇਲ ਲਗਾਓ ਜੋ ਵੀ ਕੇਸ ਅਪਲਾਈ ਕਰੋ ਬਹੁਤ ਜ਼ਿਆਦਾ ਧਿਆਨ ਨਾਲ ਅਪਲਾਈ ਕਰੋ। ਸ਼ੁਕਰੀਆ ਮਨੀਸ਼ ਜੀ, ਮਿਹਰਬਾਨੀ। ਸਟੂਡੀਓ ਦੇ ਵਿੱਚ ਆਏ, ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ। ਸ਼ੋਅ ਕਿੱਦਾਂ ਦਾ ਲੱਗਾ ਆਪਣੀ ਫੀਡਬੈਕ ਜ਼ਰੂਰ ਭੇਜੋ। ਕੋਈ ਸਵਾਲ ਪੁੱਛਣਾ ਚਾਹੁੰਦੇ ਦੇਸ਼ ਪ੍ਰਦੇਸ਼ ਲਾਈਵ ਦੀ ਆਈਡੀ ਦੇ ਉੱਪਰ ਜਾਂ ਸਾਡਾ ਇੱਕ ਸ਼ਾਰਟਕਟ ਨੰਬਰ ਮੈਸੇਜ ਚੱਲ ਰਿਹਾ ਉਹਦੇ ਉੱਪਰ ਸਾਨੂੰ ਆਪਣਾ ਸਵਾਲ ਭੇਜ ਸਕਦੇ ਹੋ। ਕੱਲ ਫੇਰ ਮਿਲਾਂਗੇ ਇੱਕ ਵਾਰੀ ਇਹੀ ਸ਼ੋਅ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਨਾਲ। ਉਦੋਂ ਤੱਕ ਲਈ ਆਪਣੇ ਦੋਸਤ ਰਣਵੀਰ ਸੰਧੂ ਨੂੰ ਅੱਗੇ ਦੇ ਸ਼ੁਕਰੀਆ।